ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਜੁੜ ਚੁੱਕੇ ਹੋ ਇਸ 11:30 ਵਜੇ ਵਾਲੀ ਕਲਾਸ ਨਾਲ, ਜਿਸ ਵਿੱਚ ਆਪਾਂ ਵਿਸ਼ੇਸ਼ ਤੌਰ ਦੇ ਉੱਤੇ ਸਿੱਖ ਰਹਿਤ ਮਰਿਆਦਾ ਜਿਹੜੀ ਹੈ ਉਹ ਵਿਚਾਰ ਰਹੇ ਹਾਂ। ਆਪ ਸਭ ਸੰਗਤ ਦਾ ਬਹੁਤ ਬਹੁਤ ਧੰਨਵਾਦ। ਜਲਦੀ ਸੰਗਤ ਜੁੜ ਜਾਵੇ, ਫਿਰ ਆਪਾਂ ਇਹ ਕਲਾਸ ਦੀ ਆਰੰਭਤਾ ਕਰਦੇ ਹਾਂ ਜੀ। ਅੱਜ ਜੋ ਆਪਾਂ ਗੱਲ ਵਿਚਾਰਨੀ ਹੈ, ਆਪਾਂ ਸਟਾਰਟਿੰਗ ਦੇ ਉੱਤੇ ਸ਼ੁਰੂ ਦੇ ਉੱਤੇ ਪੜ੍ਹਿਆ ਸੀ ਕਿ ਜਿਹੜੀ ਰਹਿਤ ਹੈ ਉਹ ਦੋ ਤਰ੍ਹਾਂ ਦੀ ਹੈ। ਪਹਿਲੀ ਹੈ ਸ਼ਖਸੀ ਰਹਿਣੀ ਤੇ ਦੂਸਰੀ ਹੈ ਦੂਸਰੀ ਹੈ ਪੰਥਕ ਰਹਿਣੀ। ਸ਼ਖਸੀ ਰਹਿਣੀ ਦੇ ਵਿੱਚ ਅਸੀਂ ਨਾਮ ਬਾਣੀ ਦਾ ਅਭਿਆਸ, ਗੁਰਮਤਿ ਦੀ ਰਹਿਣੀ ਤੇ ਸੇਵਾ, ਇਹ ਤਿੰਨ ਜਿਹੜੇ ਪੱਖ ਆਪਾਂ ਦੇਖੇ ਆ। ਨਾਮ ਬਾਣੀ ਦਾ ਅਭਿਆਸ, ਇਹਦੇ ਵਿੱਚ ਆਪਾਂ ਗੁਰਦੁਆਰੇ ਸਾਹਿਬ ਦਾ ਸਾਰਾ ਜੋ ਹੈ ਮਰਿਆਦਾ ਉਹ ਵਿਚਾਰੀ। ਫਿਰ ਉਸ ਤੋਂ ਬਾਅਦ ਅੱਗੇ ਫਿਰ ਆਪਾਂ ਗੁਰਮਤਿ ਦੀ ਰਹਿਣੀ ਜਿਹੜੀ ਉਹ ਵਿਚਾਰੀ ਕਿ ਗੁਰਮਤਿ ਦੇ ਅਨੁਸਾਰ ਕਿਵੇਂ ਦਾ ਇੱਕ ਸਿੱਖ ਦਾ ਜੀਵਨ ਹੋਣਾ ਚਾਹੀਦਾ ਹੈ। ਤੇ ਉਹਦੇ ਨਾਲ ਹੀ ਫਿਰ ਆਪਾਂ ਸੇਵਾ ਦੇ ਬਾਰੇ ਕੱਲ ਗੱਲਬਾਤ ਕੀਤੀ ਹੈ। ਤੇ ਹੁਣ ਆਪਾਂ ਜਿਹੜੀ ਦੂਸਰਾ ਪੱਖ ਹੈ ਗੁਰਮਤਿ ਦਾ, ਉਹ ਹੈ ਪੰਥਕ ਰਹਿਣੀ ਬਾਰੇ ਆਪਾਂ ਹੁਣ ਜਿਹੜੀ ਗੱਲ ਹੈ ਅੱਜ ਦੀ ਇਸ ਵਿਸ਼ੇਸ਼ ਕਲਾਸ ਦੇ ਵਿੱਚ ਕਰਨੀ ਹੈ ਕਿ ਅਸਲ ਦੇ ਵਿੱਚ ਪੰਥ ਕੀ ਆ ਤੇ ਪੰਥਕ ਰਹਿਣੀ ਕੀ ਆ, ਸਾਡੇ ਕੀ ਫਰਜ਼ ਬਣਦੇ ਆ ਸਾਡੇ ਪੰਥ ਦੇ ਪ੍ਰਤੀ, ਸਾਡੇ ਧਰਮ ਦੇ ਪ੍ਰਤੀ। ਇਹ ਵਿਚਾਰ ਆਪਾਂ ਜਿਹੜੀ ਹੈ ਆਰੰਭ ਕਰ ਰਹੀ ਹਾਂ। 1-2 ਮਿੰਟ ਦੇ ਅੰਦਰ ਸੰਗਤ ਜੁੜ ਜਾਵੇ, ਫਿਰ ਆਪਾਂ ਇਸ ਕਲਾਸ ਦੀ ਆਰੰਭਤਾ ਕਰਦੇ ਹਾਂ ਜੀ। ਸਤਨਾਮ ਵਾਹਿਗੁਰੂ, 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 ਸਤਨਾਮ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਆਪਾਂ ਗੱਲ ਕਰ ਰਹੇ ਹਾਂ ਸਿੱਖ ਰਹਿਤ ਮਰਿਆਦਾ ਦੇ ਅੰਦਰ ਜੋ ਪੰਥਕ ਰਹਿਣੀ ਹੈ ਉਹਦੇ ਬਾਰੇ ਆਪਾਂ ਵਿਚਾਰ ਕਰਨੀ ਹੈ। ਜੋ ਆਪ ਜੀ ਦੀ ਸਕਰੀਨ ਤੇ ਇੱਕ ਵਾਰ ਮੈਂ ਸਲਾਈਡ ਚਲਾ ਦਿੱਤੀ ਸੀ, ਤੇ ਆਪਾਂ ਪਹਿਲਾਂ ਇਸ ਪੰਥਕ ਰਹਿਣੀ ਨੂੰ ਆਰੰਭ ਕਰਨ ਤੋਂ ਪਹਿਲਾਂ ਇਹ ਗੱਲ ਜਿਹੜੀ ਹੈ ਇਹਦੇ ਤੇ ਵਿਚਾਰ ਕਰ ਲਈਏ ਕਿ ਅਸਲ ਦੇ ਵਿੱਚ ਪੰਥ ਹੈ ਕੀ, ਪੰਥ ਕਹਿੰਦੇ ਕਿਹਨੂੰ ਆ। ਪੰਥ ਦੀ ਜਿਹੜੀ ਗੱਲ ਹੈ ਉਹਦੀ ਆਰੰਭਤਾ ਕਰਨ ਤੋਂ ਪਹਿਲਾਂ ਇੱਕ ਸਾਖੀ ਜਿਹੜੀ ਹੈ ਉਹ ਸੁਣਾ ਦੇਵਾਂ ਤਾਂ ਕਿ ਗੱਲ ਪਕੜ ਦੇ ਵਿੱਚ ਆ ਜਾਵੇ ਕਿ ਜਦੋਂ ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ ਜਿਹੜੇ ਰਿਸ਼ਤੇ ਕਰਨ ਵਾਲੇ ਲਾਗੀ ਸਨ, ਗੁਰੂ ਅਰਜਨ ਦੇਵ ਜੀ,
ਪੰਜਵੇਂ ਪਾਤਸ਼ਾਹ, ਉਹਨਾਂ ਦੇ ਕੋਲ ਜਿਹੜਾ ਹੈ ਚੰਦੂ ਦੀ ਲੜਕੀ ਦਾ ਰਿਸ਼ਤਾ ਆਇਆ ਗੁਰੂ ਅਰਜਨ ਦੇਵ ਜੀ ਦੇ ਕੋਲ ਕਿ ਗੁਰੂ ਹਰਗੋਬਿੰਦ ਸਾਹਿਬ ਜੋ ਆਪ ਜੀ ਦੇ ਪੁੱਤਰ ਹਨ, ਉਹਦੀ ਸ਼ਾਦੀ, ਉਹਦਾ ਵਿਆਹ ਜਿਹੜਾ ਹੈ ਉਹ ਚੰਦੂ ਦੀ ਲੜਕੀ ਨਾਲ ਕਰ ਦਿੱਤਾ ਜਾਵੇ। ਸਤਿਗੁਰਾਂ ਨੇ ਹਾਂ ਕਰ ਦਿੱਤੀ ਵੀ ਠੀਕ ਹੈ, ਚੰਦੂ ਦੀ ਲੜਕੀ ਦਾ ਜਿਹੜਾ ਵਿਆਹ ਹੈ ਉਹ ਅਸੀਂ ਆਪਣੇ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਦੇ ਨਾਲ ਕਰ ਦੇਵਾਂਗੇ। ਗੱਲ ਪੱਕੀ ਹੋ ਗਈ। ਤੇ ਜਦੋਂ ਇਹ ਜਿਹੜੇ ਆਏ ਸਨ ਲਾਗੀ, ਇਹਨਾਂ ਨੇ ਵਾਪਸ ਜਾ ਕੇ ਤੇ ਲਾਹੌਰ ਜਾ ਕੇ ਚੰਦੂ ਨੂੰ ਇਹ ਗੱਲ ਕਹੀ ਕਿ ਦੀਵਾਨ ਸਾਹਿਬ, ਦੀਵਾਨ ਸੀ ਚੰਦੂ, ਦੀਵਾਨ ਸਾਹਿਬ ਤੁਹਾਡੀ ਲੜਕੀ ਦਾ ਜਿਹੜਾ ਰਿਸ਼ਤਾ ਹੈ ਨਾ, ਉਹ ਅਸੀਂ ਗੁਰੂ ਅਰਜਨ ਸਾਹਿਬ ਦੇ ਪੁੱਤਰ ਹਰਗੋਬਿੰਦ ਸਾਹਿਬ ਨੂੰ ਕਰ ਆਏ ਹਾਂ। ਜਦੋਂ ਇਹ ਗੱਲ ਸੁਣੀ ਇਹਨੇ, ਚੰਦੂ ਨੇ, ਇਹਨੇ ਕਿਹਾ ਕਿ ਅਸਲ 'ਚ ਤੁਸੀਂ ਜੋ ਨਾ ਚੁਬਾਰੇ ਦੀ ਇੱਟ ਹੈ ਉਹ ਮੋਰੀ ਨੂੰ ਲਾ ਕੇ ਆ ਗਏ ਜੇ। ਭਾਵ ਆਪਣੇ ਆਪ ਨੂੰ ਚੁਬਾਰਾ ਦੱਸਿਆ ਕਿ ਸਾਡੀ ਉੱਚੀ ਕੁੱਲ ਆ, ਅਸੀਂ ਉੱਚੇ ਦੀਵਾਨ ਹੁੰਦੇ ਹਾਂ ਤੇ ਸਾਡੀ ਬੜੀ ਹੈ ਸਰਕਾਰੀ ਦਰਬਾਰੇ ਬੜੀ ਚੱਲਦੀ ਹੈ, ਤੇ ਤੁਸੀਂ ਚੁਬਾਰੇ ਦੀ ਇੱਟ ਇੱਕ ਮੋਰੀ ਨੂੰ ਲਾ ਆਏ ਆ, ਭਾਵ ਨੀਵੀਂ ਜਗ੍ਹਾ ਦੇ ਉੱਤੇ ਰਿਸ਼ਤਾ ਕਰ ਆਏ ਜੇ। ਤੇ ਫਿਰ ਚੰਦੂ ਨੇ ਕਹਿ ਦਿੱਤਾ ਕਿ ਤੁਸੀਂ ਇਹ ਗਲਤ ਕੀਤਾ ਹੈ। ਤੇ ਫਿਰ ਉਹਨੇ ਕਹਿ ਦਿੱਤਾ ਚਲੋ ਠੀਕ ਹੈ, ਹੁਣ ਜੋ ਤੁਸੀਂ ਕਰ ਆਏ ਤੇ ਠੀਕ ਹੈ। ਇਹ ਗੱਲ ਲਾਹੌਰ ਦੇ ਸਿੱਖਾਂ ਨੂੰ ਪਤਾ ਲੱਗੀ। ਗੁਰੂ ਪੰਥ ਹੈ ਕਿ ਲਾਹੌਰ ਦੇ ਸਿੱਖਾਂ ਨੂੰ ਇਹ ਗੱਲ ਪਤਾ ਲੱਗੀ। ਲਾਹੌਰ ਦੇ ਸਿੱਖਾਂ ਨੇ ਇੱਕ ਚਿੱਠੀ ਲਿਖੀ। ਚਿੱਠੀ ਲਿਖ ਕੇ ਲਾਹੌਰ ਦੇ ਸਿੱਖਾਂ ਨੇ, ਵਾਹਿਗੁਰੂ, ਕੋਈ ਨੈਟਵਰਕ ਦੀ ਪ੍ਰੋਬਲਮ ਆ ਰਹੀ ਹੈ, ਮੈਂ 1 ਮਿੰਟ ਠੀਕ ਕਰ ਲਵਾਂ। ਵਾਹਿਗੁਰੂ। ਹਾਂਜੀ, ਉਹ ਜਦੋਂ ਕਿਤੇ ਲਾਈਟ ਬੰਦ ਹੋ ਕੇ ਵਾਪਸ ਚੱਲਦੀ ਹੈ ਤੇ ਉਹ ਨੈਟਵਰਕ ਇੱਕਦਮ ਜਾਂਦਾ ਹੈ। ਸੋ ਆਪਾਂ ਗੱਲ ਕਰ ਰਹੇ ਸੀ, ਤੇ ਉਹ ਲਾਹੌਰ ਦਿਆਂ ਸਿੱਖਾਂ ਨੇ ਜਦੋਂ ਇਹ ਗੱਲ ਪਤਾ ਲੱਗੀ ਵੀ ਚੰਦੂ ਨੇ ਬੜੇ ਹੀ ਬੇਅਦਬੀ ਭਰੇ ਬਚਨ ਗੁਰੂ ਘਰ ਨੂੰ ਕਹੇ ਆ, ਲਾਹੌਰ ਦਿਆਂ ਸਿੱਖਾਂ ਨੇ ਜਿਹੜੀ ਇੱਕ ਚਿੱਠੀ ਲਿਖੀ, ਤੇ ਉਹ ਚਿੱਠੀ ਦੇ ਬੋਲ ਸਨ ਕਿ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਆਪ ਜੀ ਦੀ ਸੰਗਤ ਲਾਹੌਰ ਵਾਲੀ ਦਾ ਇਹ ਫੈਸਲਾ ਹੈ ਕਿ ਆਪ ਜੀ ਆਪਣੇ ਪੁੱਤਰ ਹਰਗੋਬਿੰਦ ਸਾਹਿਬ ਜੀ ਦੀ ਜਿਹੜੀ ਸ਼ਾਦੀ ਹੈ, ਜਿਹੜਾ ਵਿਆਹ ਹੈ, ਉਹ ਚੰਦੂ ਦੀ ਲੜਕੀ ਦੇ ਨਾਲ ਨਾ ਕਰੋ, ਕਿਉਂਕਿ ਚੰਦੂ ਨੇ ਗੁਰੂ ਘਰ ਨੂੰ ਅਪਮਾਨਜਨਕ ਸ਼ਬਦ ਜਿਹੜੇ ਵਰਤੇ ਆ। ਗੁਰੂ ਘਰ ਨੂੰ ਮੋਰੀ ਕਿਹਾ ਹੈ, ਗੁਰੂ ਘਰ ਨੂੰ ਨੀਵੀਂ ਜਗ੍ਹਾ ਕਿਹਾ ਹੈ, ਤੇ ਆਪਣੇ ਆਪ ਨੂੰ ਉੱਚੀ ਜਗ੍ਹਾ ਕਿਹਾ। ਇਸ ਕਰਕੇ ਤੁਸੀਂ ਜੋ ਹੈ ਇਸ ਚੰਦੂ ਦੀ ਲੜਕੀ ਦਾ ਰਿਸ਼ਤਾ ਲੈਣਾ ਜਿਹੜਾ ਪ੍ਰਵਾਨ ਨਾ ਕਰੋ, ਮਨਾ ਕਰ ਦਿਓ। ਸਤਿਗੁਰਾਂ ਨੇ ਫਿਰ ਗੱਲ ਕਹੀ, ਜਦੋਂ ਚਿੱਠੀ ਪਹੁੰਚੀ ਤੇ ਸਤਿਗੁਰਾਂ ਨੇ ਕਿਹਾ ਕਿ ਜਿਹੜੀ ਸੰਗਤ ਹੈ ਉਹ 21 ਵਿਸਵੇ ਤੇ ਜਿਹੜਾ ਗੁਰੂ ਹੈ ਉਹ 20 ਵਿਸਵੇ, ਭਾਵ ਸੰਗਤ ਜਿਹੜੀ ਹੈ ਉਹ ਗੁਰੂ ਨਾਲੋਂ ਵੱਡੀ ਹੈ। ਜਿਹੜਾ ਫੈਸਲਾ ਸੰਗਤ ਨੇ ਕਰ ਦਿੱਤਾ ਉਹ ਫੈਸਲਾ ਪ੍ਰਵਾਨ ਹੈ। ਸਤਿਗੁਰਾਂ ਨੇ ਇਹ ਗੱਲ ਕਹੀ, ਤੇ ਉਸੇ ਵੇਲੇ ਸਤਿਗੁਰਾਂ ਨੇ ਉਸ ਚੰਦੂ ਦੀ ਲੜਕੀ ਦਾ ਰਿਸ਼ਤਾ ਮੋੜ ਦਿੱਤਾ। ਤੇ ਚੰਦੂ ਦੀ ਲੜਕੀ ਦਾ ਜਦੋਂ ਰਿਸ਼ਤਾ ਮੋੜਿਆ ਤੇ ਫਿਰ ਆਪ ਜੀ ਨੂੰ ਪਤਾ ਹੈ ਕੀ ਹਾਲਾਤ ਬਣੇ। ਸਤਿਗੁਰਾਂ ਦੇ ਉੱਤੇ ਝੂਠੇ ਇਲਜ਼ਾਮ ਲਾਏ। ਚੰਦੂ ਨੇ ਸੋਚਿਆ ਕਿ ਇਹ ਮੇਰੀ ਬੜੀ ਵੱਡੀ ਬੇਅਦਬੀ ਹੈ, ਮੇਰੀ ਬੜੀ ਵੱਡੀ ਤੌਹੀਨ ਕੀਤੀ ਗਈ ਹੈ। ਇਸ ਕਰਕੇ ਉਹਨੇ ਫਿਰ ਕਈ ਤਰ੍ਹਾਂ ਦੇ ਇਲਜ਼ਾਮ ਜਿਹੜੇ ਲਾ ਕੇ ਜਹਾਂਗੀਰ ਦੇ ਕੋਲ ਗੁਰੂ ਅਰਜਨ ਦੇਵ ਜੀ ਨੂੰ ਗ੍ਰਿਫਤਾਰ ਕਰਕੇ ਤੇ ਫਿਰ ਆਪ ਜੀ ਨੂੰ ਸ਼ਹਾਦਤ ਦਾ ਪਤਾ ਹੈ ਗੁਰੂ ਸਾਹਿਬ ਦੀ ਕਿਵੇਂ ਸ਼ਹਾਦਤ ਹੋਈ, ਮੈਂ ਇੰਨਾ ਲੰਬਾ ਨਾ ਲੈ ਕੇ ਜਾਵਾਂ। ਸੋ ਕਹਿਣ ਤੋਂ ਭਾਵ ਕਿ ਸਤਿਗੁਰਾਂ ਨੇ ਆਪਣੀ ਸ਼ਹਾਦਤ ਦੇਣੀ ਪ੍ਰਵਾਨ ਕਰ ਲਈ, ਪਰ ਜੋ ਸੰਗਤ ਨੇ ਗੱਲ ਕਹੀ ਸੀ ਕਿ ਸਤਿਗੁਰੂ ਗੁਰੂ ਅਰਜਨ ਦੇਵ ਜੀ ਚੰਦੂ ਦੀ ਲੜਕੀ ਦਾ ਰਿਸ਼ਤਾ ਨਾ ਲਿਆ ਜਾਵੇ, ਤੇ ਸਤਿਗੁਰਾਂ ਨੇ ਉਹ ਰਿਸ਼ਤਾ ਨਹੀਂ ਲਿਆ।
ਭਾਵ ਸੰਗਤ ਦੀ ਗੱਲ ਜਿਹੜੀ ਸੀ ਉਹਨੂੰ ਮੁੱਖ ਰੱਖਿਆ। ਤੇ ਇਹ ਜਿਹੜੀ ਸੰਗਤ ਹੈ ਨਾ, ਇਹੀ ਸਾਧ ਸੰਗਤ ਗੁਰੂ ਪੰਥ ਹੈ। ਇਹਨੂੰ ਕਿਹਾ ਜਾਂਦਾ ਹੈ ਗੁਰੂ ਪੰਥ। ਦੋ ਸ਼ਬਦ ਹੈ, ਇੱਕ ਗੁਰੂ ਗ੍ਰੰਥ ਅਸੀਂ ਕਹਿੰਦੇ ਆ, ਤੇ ਦੂਸਰਾ ਸ਼ਬਦ ਅਸੀਂ ਜਿਹੜਾ ਆ ਉਹ ਗੁਰੂ ਪੰਥ ਵਰਤਦੇ ਆ। ਜਿਹੜਾ ਗੁਰੂ ਗ੍ਰੰਥ ਸ਼ਬਦ ਹੈ ਉਹ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਸਤੇ ਵਰਤਦੇ ਹਾਂ। ਪਰ ਪੰਥ ਵਾਸਤੇ ਗੁਰੂ ਸ਼ਬਦ ਕਿਉਂ ਵਰਤਿਆ ਜਾਂਦਾ? ਕਿਉਂਕਿ ਪੰਥ ਵੀ ਸਾਡਾ ਇੱਕ ਗੁਰੂ ਹੈ। ਸਤਿਗੁਰਾਂ ਨੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਤੇ ਉਹਨਾਂ ਨੂੰ ਉਹਨਾਂ ਦੇ ਹਜ਼ੂਰ ਆਪ ਅੰਮ੍ਰਿਤ ਛਕਿਆ ਬੈਠ ਕੇ, ਤੇ ਇਹ ਕਹਿ ਦਿੱਤਾ ਕਿ ਇਹ ਜਿਹੜੇ ਪੰਜ ਸਿੰਘ ਅੱਗੇ ਅੰਮ੍ਰਿਤ ਛਕਾ ਸਕਦੇ ਆ, ਤੇ ਜਿੰਨੇ ਵੀ ਫੈਸਲੇ ਪੰਥ ਦੇ ਆ ਅੱਗੇ ਤੋਂ ਪੰਜ ਪਿਆਰੇ ਕਰਿਆ ਕਰਨਗੇ। ਤੇ ਇਸੇ ਤਰ੍ਹਾਂ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਚਮਕੌਰ ਦੀ ਗੜੀ ਵਿੱਚ ਹੈ, ਤੇ ਚਮਕੌਰ ਦੀ ਗੜੀ ਵਿੱਚ ਸਤਿਗੁਰਾਂ ਨੇ ਜਦੋਂ ਇੱਕ ਸ਼ਹੀਦ ਹੋ ਗਏ, ਸਾਹਿਬਜ਼ਾਦੇ ਸ਼ਹੀਦ ਹੋ ਗਏ ਆ, ਵੱਡੇ ਸਾਹਿਬਜ਼ਾਦੇ, ਤੇ ਉਸ ਸਮੇਂ ਫਿਰ ਸਿੱਖਾਂ ਨੇ ਪਹਿਲਾਂ ਕਿਹਾ ਕਿ ਸਤਿਗੁਰੂ ਆਪ ਜੀ ਨਾ ਜਾਓ ਜੰਗ 'ਚ। ਸਤਿਗੁਰਾਂ ਨੇ ਸ਼ਾਮ ਨੂੰ ਐਲਾਨ ਕਰ ਦਿੱਤਾ ਕਿ ਹੁਣ ਜਦੋਂ ਦਿਨ ਚੜ੍ਹੇਗਾ, ਦਿਨ ਦਾ ਚੜ੍ਹਾਅ ਹੋਏਗਾ, ਤੇ ਮੈਂ ਆਪ ਜਾਵਾਂਗਾ ਜੰਗ ਦੇ ਵਿੱਚ। ਮੈਂ ਜਾ ਕੇ ਜਿਹੜੀ ਹੈ ਉਹ ਜੰਗ ਦੇ ਵਿੱਚ ਜ਼ੋਰ ਦਿਖਾਵਾਂਗਾ, ਸ਼ਹਾਦਤ ਪ੍ਰਾਪਤ ਕਰਾਂਗਾ। ਤੇ ਸਿੱਖਾਂ ਨੇ ਫਿਰ ਉਸ ਸਮੇਂ ਇਹ ਜਿਹੜਾ ਪੰਥਕ ਅਧਿਕਾਰ ਸੀ ਨਾ, ਇਹਨੂੰ ਵਰਤਿਆ। ਸਿੱਖਾਂ ਨੇ ਫਿਰ ਪੰਜ ਸਿੱਖ ਸਨ, ਭਾਈ ਦਇਆ ਸਿੰਘ ਜੀ, ਇਹਨਾਂ ਨੇ ਫਿਰ ਮੋਹਤਬਾਰ ਸਿੱਖਾਂ ਨੇ, ਪੰਜ ਸਿੱਖਾਂ ਨੇ ਇਕੱਠੇ ਹੋ ਗਏ ਤੇ ਫਿਰ ਸਤਿਗੁਰੂ ਦੇ ਹਜ਼ੂਰ ਬੇਨਤੀ ਕੀਤੀ ਕਿ ਸਤਿਗੁਰੂ ਜੀ ਤੁਸੀਂ ਅੰਮ੍ਰਿਤ ਛਕਾਇਆ ਸੀ, ਤੇ ਇਹ ਗੱਲ ਕਹੀ ਸੀ ਕਿ ਪੰਥ ਜਿਹੜਾ ਹੈ ਉਹਦਾ ਹੁਕਮ ਨਹੀਂ ਮੋੜਿਆ ਜਾਂਦਾ, ਉਹਦੀ ਗੱਲ ਨਹੀਂ ਮੋੜੀ ਜਾਂਦੀ। ਸਤਿਗੁਰੂ ਕਹਿੰਦੇ ਕੀ ਗੱਲ ਹੈ ਦੱਸੋ? ਸਤਿਗੁਰਾਂ ਨੇ ਪੰਜ ਸਿੰਘਾਂ ਨੇ ਕਿਹਾ ਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ, ਆਪ ਜੀ ਇਹ ਚਮਕੌਰ ਦੀ ਗੜੀ ਛੱਡ ਜਾਓ। ਆਪ ਜੀ ਜੇ ਰਹੋਗੇ ਤੇ ਸਾਡੇ ਵਰਗੇ ਲੱਖਾਂ ਤਿਆਰ ਕਰ ਸਕਦੇ ਹੋ, ਪਰ ਅਸੀਂ ਰਲ ਕੇ ਜਿਹੜੇ ਹੈ ਆਪ ਜੀ ਵਰਗਾ ਇੱਕ ਗੁਰੂ ਗੋਬਿੰਦ ਸਿੰਘ ਨਹੀਂ ਤਿਆਰ ਕਰ ਸਕਦੇ। ਸਾਡੀ ਬੇਨਤੀ ਹੱਥ ਜੋੜ ਕੇ ਪੰਜ ਸਿੰਘਾਂ ਨੇ ਉਸ ਜਗ੍ਹਾ ਦੇ ਉੱਤੇ ਫਿਰ ਇਹ ਅਧਿਕਾਰ ਵਰਤ ਕੇ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਉਸ ਚਮਕੌਰ ਦੀ ਗੜੀ ਦੇ ਵਿੱਚੋਂ ਜਿਹੜਾ ਸੀ ਕੱਢਿਆ। ਇਸ ਕਰਕੇ ਜਿੱਥੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਗੁਰੂ ਸ਼ਬਦ ਦਾ ਵਰਤੋਂ ਕਰਦੇ ਹਾਂ, ਉੱਥੇ ਹੀ ਗੁਰੂ ਪੰਥ ਸ਼ਬਦ ਵਰਤਿਆ ਜਾਂਦਾ। ਉੱਥੇ ਪੰਥ ਦਾ ਜਿਹੜਾ ਹੈ ਨਾਮ ਵਰਤਿਆ ਜਾਂਦਾ, ਉਹਦੇ ਅੱਗੇ ਗੁਰੂ ਲਾਇਆ ਜਾਂਦਾ, ਕਿਉਂਕਿ ਗੁਰੂ ਜਿਹੜਾ ਹੈ ਉਹ ਗ੍ਰੰਥ ਵੀ ਹੈ ਤੇ ਗੁਰੂ ਪੰਥ ਵੀ ਹੈ। ਕਿਉਂਕਿ ਕਹਿੰਦੇ ਆ ਕਿ ਜੇ ਪੰਥ ਹੀ ਨਾ ਹੋਏਗਾ ਤਾਂ ਗ੍ਰੰਥ ਕੌਣ ਮਾਨੇਗਾ। ਗਿਆਨੀ ਗਿਆਨ ਸਿੰਘ ਕਹਿੰਦੇ ਆ, ਕਹਿੰਦੇ ਕਿ ਜੇ ਪੰਥ ਹੀ ਨਾ ਹੋਇਆ ਤੇ ਗੁਰੂ ਗ੍ਰੰਥ ਸਾਹਿਬ ਨੂੰ ਕਿੰਨੇ ਮੰਨਣਾ। ਹੁਣ ਜੇ ਸਿੱਖ ਹੀ ਨਾ ਹੋਏ ਤੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿੰਨੇ ਮੰਨਣਾ, ਕਿੰਨੇ ਮੱਥਾ ਟੇਕਣਾ, ਕਿੰਨੇ ਸਿਰ ਝੁਕਾਉਣਾ? ਨਹੀਂ ਨਾ ਕੋਈ ਸਿਰ ਝੁਕਾਏਗਾ। ਇਸ ਕਰਕੇ ਜਿਹੜੀ ਗੱਲ ਹੈ ਪੰਥ ਨੇ ਦੱਸੀ ਕਿ ਜੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਅਸੀਂ ਗੁਰੂ ਮੰਨਦੇ ਹਾਂ, ਤੇ ਉਨਾ ਹੀ ਅਧਿਕਾਰ ਪੰਜਾਂ ਪਿਆਰਿਆਂ ਦਾ, ਉਨਾ ਹੀ ਅਧਿਕਾਰ ਸੰਗਤ ਦਾ ਹੈ ਫੈਸਲੇ ਕਰਨ ਦਾ। ਇਸ ਕਰਕੇ ਅੱਜ ਇੱਥੇ ਜਿਹੜਾ ਆਪਾਂ ਜਿਸ ਰਹਿਤ ਦੀ ਗੱਲ ਵਿਚਾਰਨੀ ਆ, ਉਹ ਸਾਡੇ ਪੰਥਕ ਫਰਜ਼ ਹਨ। ਪੰਥਕ ਭਾਵ ਪਹਿਲੇ ਸਾਡੇ ਨਿੱਜੀ ਫਰਜ਼ ਸਨ ਇੱਕ ਸਿੱਖ ਦੇ, ਜਿਹਦੇ ਵਿੱਚ ਅਸੀਂ ਵਿਚਾਰਿਆ ਸਿੱਖ ਇੱਕ ਨਿੱਜੀ ਸਿੱਖ ਹੀ ਆ ਨਾ, ਉਹਨੂੰ ਬਾਣੀ ਪੜ੍ਹਨੀ ਆ ਤੇ ਫਿਰ ਅਰਦਾਸ ਕਰਨੀ ਆ, ਫਿਰ ਉਹਨੇ ਗੁਰਦੁਆਰੇ ਜਾਣਾ ਹੈ, ਉੱਥੇ ਕਥਾ ਸਰਵਣ ਕਰਨੀ, ਕੀਰਤਨ ਸਰਵਣ ਕਰਨਾ, ਉਹਦੀ ਨਿੱਜੀ ਰਹਿਤ ਆ, ਆਪਣੀ ਰਹਿਤ। ਫਿਰ ਉਸ ਤੋਂ ਬਾਅਦ ਨਾਮ ਸੰਸਕਾਰ, ਜਨਮ ਸੰਸਕਾਰ ਤੇ ਮ੍ਰਿਤਕ ਸੰਸਕਾਰ ਵੀ ਇੱਕ ਮਨੁੱਖ ਦੇ ਸੰਸਕਾਰ ਹਨ। ਪਰ ਅੱਜ ਜਿਹੜੀ ਗੱਲ ਸ਼ੁਰੂ ਹੋਣ ਲੱਗੀ ਆ, ਇਹ ਸਮੁੱਚੀ ਪੂਰੇ ਸਿੱਖਾਂ ਵਾਸਤੇ ਆ ਕਿ ਸਾਡੇ ਪੂਰੇ ਸਿੱਖਾਂ ਦੇ, ਸਾਰਿਆਂ ਸਿੱਖਾਂ ਦੇ ਕੀ ਫਰਜ਼ ਹਨ, ਆਪਣੇ ਪੰਥ ਪ੍ਰਤੀ, ਆਪਣੇ ਧਰਮ ਪ੍ਰਤੀ ਸਾਡੇ ਕੀ ਫਰਜ਼ ਹਨ, ਉਹਨਾਂ ਨੂੰ ਅਸੀਂ ਕਿਵੇਂ ਨਿਭਾਉਣਾ। ਉਸ ਸ਼ਬਦ ਨੂੰ ਜਿਹੜਾ ਪੰਥਕ ਸ਼ਬਦ ਵਰਤਿਆ, ਇਹਨੂੰ ਪੰਥਕ ਰਹਿਣੀ ਦੇ ਵਿੱਚ ਆਪਾਂ ਗਿਣਦੇ ਹਾਂ ਕਿ ਸਾਡੀ ਪੰਥਕ ਰਹਿਣੀ ਕਿਵੇਂ ਦੀ ਹੋਣੀ ਚਾਹੀਦੀ ਆ। ਸਾਡਾ ਸਮੁੱਚਾ ਸਿਧਾਂਤ ਜਿਹੜਾ ਉਹ ਕੀ ਕਹਿੰਦਾ ਹੈ ਇਹਦੇ ਬਾਰੇ, ਉਹ ਸਾਨੂੰ ਜਾਣ ਕੇ, ਵਾਚ ਕੇ ਤੇ ਇਹ ਪੰਥ ਰਹਿਣੀ ਦੇ ਵਿੱਚ ਆਪਣੇ ਆਪ ਨੂੰ ਢਾਲਣਾ ਚਾਹੀਦਾ ਹੈ। ਮੈਂ ਆਪ ਜੀ ਦੇ ਸਾਹਮਣੇ ਇਹ ਸਕਰੀਨ ਸ਼ੇਅਰ ਕਰਦਾ ਤੇ ਆਪਾਂ ਇਹਦੇ ਉੱਤੇ ਵਿਚਾਰ ਜਿਹੜੀ ਹੈ ਸ਼ੁਰੂ ਕਰ ਸਕੀਏ। ਹਾਂਜੀ, ਸੋ ਪੰਥਕ ਰਹਿਣੀ ਸ਼ਬਦ ਸਭ ਤੋਂ ਪਹਿਲਾਂ ਹੀ ਲਿਖਿਆ ਹੋਇਆ ਹੈ। ਪੰਥਕ ਰਹਿਣੀ ਸਭ ਤੋਂ ਪਹਿਲਾਂ ਕੀ ਹੈ ਕਿ ਗੁਰੂ ਪੰਥ ਹੈ ਕੀ। ਸ਼ਬਦ ਗੁਰੂ ਵਰਤਿਆ, ਮੈਂ ਆਪ ਜੀ ਨੂੰ ਡਿਟੇਲ ਨਾਲ ਸਮਝਾ ਦਿੱਤਾ, ਆਪਾਂ ਇੱਥੇ ਵੀ ਪੜਾਂਗੇ ਕਿ ਗੁਰੂ ਪੰਥ ਕੀ ਹੈ। ਫਿਰ ਉਸ ਤੋਂ ਬਾਅਦ ਇਹਦੇ ਵਿੱਚ ਹੀ ਅੰਮ੍ਰਿਤ ਸੰਸਕਾਰ ਆ ਜਾਂਦਾ ਹੈ, ਕਿਉਂਕਿ ਪੰਜ ਸਿੰਘ ਹੁੰਦੇ ਆ ਅੰਮ੍ਰਿਤ ਛਕਾਉਣ ਵਾਲੇ, ਤੇ ਉਹ ਪੰਥਕ ਰਹਿਣੀ ਦੇ ਧਾਰਨੀ ਹੁੰਦੇ ਆ। ਇਸ ਕਰਕੇ ਇਹਦੇ ਵਿੱਚ
ਪੰਥਕ ਰਹਿਣੀ ਦੇ ਵਿੱਚ ਅੰਮ੍ਰਿਤ ਸੰਸਕਾਰ ਆ ਜਾਂਦਾ ਹੈ। ਫਿਰ ਤੀਸਰੇ ਨੰਬਰ ਦੇ ਉੱਤੇ ਤਨਖਾਹ ਲਾਉਣ ਦੀ ਵਿਧੀ। ਜੇ ਕੋਈ ਭੁੱਲ ਕਰ ਲੈਂਦਾ ਹੈ, ਜਿਹੜੇ 4 ਬੱਜਰ ਕਰਿਆਤਾਂ ਨੂੰ ਜਿਹੜਾ ਵਾਚ ਲੈਂਦਾ, 4 ਬੱਜਰ ਕਰਿਆਤਾਂ ਅੰਮ੍ਰਿਤ ਸੰਸਕਾਰ ਚਾਹੁਣਗੀਆਂ, ਜਿਹੜਾ 4 ਬੱਜਰ ਕਰਿਆਤਾਂ ਕਰ ਲੈਂਦਾ ਹੈ ਉਹਨੂੰ ਫਿਰ 5 ਪਿਆਰਿਆਂ ਦੇ ਸਾਹਮਣੇ ਜਿਹੜਾ ਆ ਹਾਜ਼ਰ ਹੋਣਾ ਪੈਂਦਾ ਹੈ। ਇਸ ਕਰਕੇ ਇਹ ਵੀ ਪੰਥਕ ਰਹਿਣੀ ਚਾਹੇਗਾ, ਕਿਉਂਕਿ 5 ਸਿੰਘਾਂ ਦੇ ਕੋਲੋਂ ਭੁੱਲ ਬਖਸ਼ਾਉਣੀ ਪੈਂਦੀ ਹੈ। ਅੰਮ੍ਰਿਤ ਸੰਸਕਾਰ ਵੀ 5 ਸਿੰਘ ਕਰਦੇ ਆ, ਇਸ ਕਰਕੇ ਇਹ ਵੀ ਪੰਥਕ ਰਹਿਣੀ 'ਚ ਦਿੱਤਾ ਗਿਆ ਹੈ। ਫਿਰ ਉਸ ਤੋਂ ਬਾਅਦ ਗੁਰਮਤਾ ਕਰਨ ਦੀ ਵਿਧੀ। ਗੁਰਮਤਾ ਕਰਨਾ ਹੈ, ਗੁਰਮਤਾ ਹੁੰਦਾ ਹੈ ਜਿਵੇਂ ਆਪਾਂ ਗੁਰੂ ਦੇ ਸ਼ਬਦ ਨੂੰ ਵਿਚਾਰ ਕੇ ਤੇ ਕਿਸੇ ਵਿਧੀ ਨੂੰ ਜਿਹੜਾ ਹੈ ਉਹਨੂੰ ਢਾਲਣਾ ਕਿ ਇਹ ਕੀ ਸਹੀ ਹੈ ਤੇ ਕੀ ਗਲਤ ਹੈ, ਉਹਦੇ ਬਾਰੇ ਵਿਚਾਰ ਕਰਨੀ, ਉਹਨੂੰ ਗੁਰਮਤਾ ਕਿਹਾ ਜਾਂਦਾ ਹੈ। ਜਿਸ ਦਿਨ ਇੱਥੇ ਪਹੁੰਚਾਂਗੇ ਆਪਾਂ ਚੰਗੀ ਤਰ੍ਹਾਂ ਖੁੱਲ੍ਹ ਕੇ ਦੀ ਵਿਚਾਰ ਕਰਾਂਗੇ। ਫਿਰ ਨੰਬਰ 5ਵਾਂ ਸਥਾਨਕ ਫੈਸਲਿਆਂ ਦੀ ਅਪੀਲ। ਜਿਹੜੇ ਸਥਾਨਕ ਫੈਸਲੇ ਸਾਡੇ ਗੁਰੂ ਘਰਾਂ 'ਚ ਛੋਟੇ ਮੋਟੇ ਮਸਲੇ ਹੁੰਦੇ ਆ ਤੇ ਉਹਨਾਂ ਨੂੰ ਵਿਚਾਰਨ ਦੀ ਜਿਹੜੀ ਅਪੀਲ ਆ ਉਹ ਕੀ ਆ, ਉਹ ਇਸ ਪੰਥਕ ਰਹਿਣੀ ਦੇ ਵਿੱਚ ਆ ਜਾਂਦੀ ਆ। ਸੋ ਸਭ ਤੋਂ ਪਹਿਲਾ ਨੰਬਰ ਜਿਹੜਾ ਹੈ ਉਹ ਹੈ ਗੁਰੂ ਪੰਥ। ਇੱਥੇ ਪੰਥ ਨੇ ਗੱਲ ਕੀਤੀ ਹੈ ਕਿ ਸੇਵਾ ਕੇਵਲ ਪੱਖੇ ਲੰਗਰ ਆਦਿ ਤੇ ਹੀ ਨਹੀਂ ਮੁੱਕ ਜਾਂਦੀ। ਹੁਣ ਉਹ ਸਾਡੀ ਇੱਕ ਸ਼ਖਸੀ ਰਹਿਣੀ ਸੀ ਕਿ ਅਸੀਂ ਸੇਵਾ ਕਰਨੀ ਆ ਆਪਣੇ ਜੀਵਨ ਨੂੰ ਸਵਾਰਨ ਵਾਸਤੇ, ਊਚ ਨੀਚ ਦਾ ਭੇਦ ਭਾਵ ਮਿਟਾਉਣ ਵਾਸਤੇ। ਹੁਣ ਪੰਥ ਨੇ ਇੱਥੇ ਗੱਲ ਕੀਤੀ ਹੈ ਕਿ ਇਹ ਨਾ ਹੋਵੇ ਤੁਸੀਂ, ਕਿਉਂਕਿ ਪਿੱਛੇ ਸ਼ਬਦ ਵਰਤਿਆ ਸੀ ਇਹ ਨਮੂਨਾ ਮਾਤਰ ਹੈ, ਇਸ ਨੂੰ ਨਮੂਨੇ ਮਾਤਰ ਸਿਖਾਉਣ ਲਈ ਗੁਰਦੁਆਰਿਆਂ 'ਚ ਪ੍ਰਬੰਧ ਕੀਤਾ ਹੁੰਦਾ ਹੈ। ਇਹ ਲਾਈਨ ਆਪਾਂ ਕੱਲ ਪੜ੍ਹੀ ਸੀ, ਉਹ ਨਮੂਨਾ ਮਾਤਰ ਸੀ। ਤੇ ਹੁਣ ਅਸਲੀ ਸੇਵਾ ਜਿਹੜੀ ਹੈ ਨਾ, ਗੁਰੂ ਪੰਥ ਦੀ ਸੇਵਾ, ਉਹ ਕੀ ਸੇਵਾ ਹੈ, ਉਹ ਪੰਥ ਨੇ ਇੱਥੇ ਦੱਸੀ ਹੈ ਕਿ ਸੇਵਾ ਕੇਵਲ ਪੱਖੇ ਲੰਗਰ ਆਦਿ ਤੇ ਹੀ ਨਹੀਂ ਮੁੱਕ ਜਾਂਦੀ, ਸਿੱਖ ਦੀ ਸਾਰੀ ਜ਼ਿੰਦਗੀ ਪਰਉਪਕਾਰ ਵਾਲੀ ਹੈ। ਇਹ ਸ਼ਬਦ ਆਪਣੀ ਜ਼ਿੰਦਗੀ 'ਚ ਸਾਨੂੰ ਵਾਚਣਾ ਚਾਹੀਦਾ ਹੈ ਕਿ ਕੀ ਮੈਂ ਪਰਉਪਕਾਰੀ ਹਾਂ, ਕਿ ਸਿਰਫ ਮੈਂ ਗੁਰਦੁਆਰੇ ਜਾ ਕੇ ਭਾਂਡੇ ਧੋਲੇ ਤੇ ਜਦੋਂ ਬਾਹਰ ਨਿਕਲਿਆ ਗੁਰਦੁਆਰੇ 'ਚ ਤੇ ਭੁੱਲ ਗਿਆ ਸਾਰਾ ਕੁਛ। ਇਹੋ ਜਿਹਾ ਜੀਵਨ ਨਹੀਂ, ਸਮੁੱਚਾ ਜੀਵਨ ਸਾਡਾ ਪਰਉਪਕਾਰੀ ਹੋਣਾ ਚਾਹੀਦਾ। ਜੋ ਸਤਿਗੁਰਾਂ ਨੇ ਇੱਥੇ ਬਖਸ਼ਿਸ਼ ਕੀਤਾ ਕਿ ਸਾਡਾ ਸਮੁੱਚਾ ਜੀਵਨ ਜਿਹੜਾ ਹੈ ਉਹ ਪਰਉਪਕਾਰੀ ਹੋਵੇ। ਸਿੱਖ ਦਾ ਇੱਕ ਜੇ ਗੁਰਦੁਆਰੇ ਤੋਂ ਇਹ ਗੱਲ ਰਹਿੰਦਾ ਹੈ ਕਿ ਸੇਵਾ ਕਰਨੀ ਹੈ ਤੇ ਗੁਰਦੁਆਰੇ ਆਣ ਕੇ ਉਹਨੇ ਸੇਵਾ ਕੀਤੀ, ਉੱਥੋਂ ਉਹਨੇ ਸਿੱਖਿਆ ਕਿ ਸੇਵਾ ਕਿਵੇਂ ਕਰਨੀ। ਅਸਲੀ ਸੇਵਾ ਜਿਹੜੀ ਹੈ ਗੁਰਦੁਆਰੇ ਤੋਂ ਬਾਹਰ ਜਾ ਕੇ ਸ਼ੁਰੂ ਹੁੰਦੀ ਹੈ। ਅਸਲੀ ਸੇਵਾ, ਅਸਲੀ ਪਰਉਪਕਾਰੀ ਜੀਵਨ ਗੁਰਦੁਆਰੇ ਤੋਂ ਬਾਹਰ ਜਾ ਕੇ ਸ਼ੁਰੂ ਹੁੰਦਾ ਹੈ, ਜਿੱਥੇ ਸਿੱਖ ਜਿਹੜਾ ਹੈ ਆਪਣੇ ਤੋਂ ਗਰੀਬ ਨੂੰ, ਆਪਣੇ ਤੋਂ ਜੋ ਲੋੜਵੰਦ ਹੈ ਉਹਦੀ ਜਾ ਕੇ ਜਿਹੜੀ ਵੀ ਸੇਵਾ ਕਰਦਾ ਹੈ ਉਹਨੂੰ ਕਿਹਾ ਜਾਂਦਾ ਹੈ ਪਰਉਪਕਾਰ। ਦੂਸਰਿਆਂ ਦਾ ਪਰਉਪਕਾਰ ਜਿਹੜਾ ਹੈ ਉਹ ਉਹਦੇ ਅੰਦਰ ਹੋਣਾ ਚਾਹੀਦਾ ਹੈ। ਪਰਉਪਕਾਰ ਵਾਲੀ ਭਾਵਨਾ, ਜਿਵੇਂ ਆਪਾਂ ਕੱਲ ਗੱਲ ਕੀਤੀ ਸੀ ਖਾਲਸਾ ਏਡ ਵਰਗੀਆਂ ਸੰਸਥਾਵਾਂ, ਇਸ ਤਰ੍ਹਾਂ ਹਰ ਸਿੱਖ ਨੇ ਆਪਣੇ ਇਲਾਕੇ ਦੇ ਵਿੱਚ ਜਿੱਥੇ ਉਹ ਰਹਿੰਦਾ ਹੈ, ਤੇ ਜੇ ਉਹ ਸਾਰਿਆਂ ਦੇ ਨਾਲ ਰਲ ਕੇ ਉਸ ਜਗ੍ਹਾ ਦੇ ਉੱਤੇ ਇਸ ਚੀਜ਼ ਨੂੰ ਕਮਾ ਸਕਦਾ ਹੈ, ਸਾਰਿਆਂ ਨਾਲ ਰਲ ਕੇ ਸਿੱਖਾਂ ਦੇ ਨਾਲ ਵਿਚਾਰ ਕਰਕੇ ਕਿ ਸਾਡੇ ਇਲਾਕੇ ਦੇ ਵਿੱਚ ਕਿੰਨਾ ਕੁ ਪ੍ਰਬੰਧ ਹੋ ਸਕਦਾ ਹੈ ਲੋੜਵੰਦਾਂ ਵਾਸਤੇ, ਕਿ ਕੋਈ ਗਰੀਬ ਸਕੂਲ ਵੇਖ ਲਵੇ, ਉਸ ਸਕੂਲ ਦੇ ਵਿੱਚ ਕਿਸੇ ਪਾਣੀ ਦਾ ਪ੍ਰਬੰਧ ਕਰਕੇ ਦੇਣਾ, ਜਾਂ ਗਰੀਬ ਬੱਚਿਆਂ ਨੂੰ ਵਰਦੀਆਂ ਦਾ ਪ੍ਰਬੰਧ ਕਰਕੇ ਦੇਣਾ। ਵੈਸੇ ਜ਼ਿੰਮੇਵਾਰੀਆਂ ਤੇ ਸਰਕਾਰ ਦੀਆਂ ਬਣਦੀਆਂ, ਪਰ ਸਰਕਾਰਾਂ ਨਿਕੰਮੀਆਂ ਹੋ ਗਈਆਂ। ਇਸ ਕਰਕੇ ਇਹ ਸਾਡਾ ਜਿਹੜਾ ਫਰਜ਼ ਹੈ ਨਾ, ਇਹਨੂੰ ਜਿੰਨਾ ਕੁ ਹੋ ਸਕੇ ਇਹ ਆਪਾਂ ਹੁਣ ਆਪਣੇ ਆਲੇ ਦੁਆਲੇ ਆਪਣੇ ਦਾਇਰੇ ਦੇ ਵਿੱਚ ਨਜ਼ਰ ਘੁਮਾ ਕੇ ਦੇਖ ਸਕਦੇ ਹਾਂ ਕਿ ਕਿੱਥੇ ਕਿਤੇ ਸਾਨੂੰ ਜਿਹੜੀ ਹੈ ਲੋੜ ਹੈ ਸੇਵਾ ਕਰਨ ਦੀ, ਕਿੰਨਾ ਕੁ ਪਰਉਪਕਾਰੀ ਉਪਕਾਰ ਕਰਨ ਦੀ ਸਾਨੂੰ ਜ਼ਰੂਰਤ ਹੈ। ਉਹਦੇ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਸਾਡੇ ਜੇ ਸਕੂਲਾਂ ਦੇ ਵਿੱਚ ਲੋੜ ਹੈ ਉਸ ਜਗ੍ਹਾ ਦੇ ਉੱਤੇ, ਜਾਂ ਕਿਸੇ ਸਾਡੇ ਆਂਢੀ ਗੁਆਂਢੀ ਕਿਸੇ ਨੂੰ ਲੋੜ ਹੈ, ਜ਼ਰੂਰਤ ਹੈ, ਉਹਦੀ ਭਾਵਨਾ ਦੇ ਨਾਲ ਉਹਦੇ ਬੱਚਿਆਂ ਦੀ ਫੀਸ ਪਈ ਹੈ ਪੈਂਡਿੰਗ, ਉਹ ਅਸੀਂ ਭਰ ਸਕਦੇ ਹਾਂ। ਹੋਰ ਕਈ ਤਰ੍ਹਾਂ ਦੀਆਂ ਸੇਵਾਵਾਂ ਆਪ ਜੀ ਦੇਖ ਸਕਦੇ ਹੋ। ਇਹ ਪਰਉਪਕਾਰੀ ਜੀਵਨ ਅਸੀਂ ਇਸ ਤਰ੍ਹਾਂ ਜਿਉ ਸਕਦੇ ਹਾਂ। ਕਹਿਣ ਤੋਂ ਭਾਵ ਵੀ ਜੋ ਪੰਥ ਨੇ ਗੱਲ ਕਹੀ ਹੈ ਕਿ ਸੇਵਾ ਕੇਵਲ ਪੱਖੇ ਦੀ ਲੰਗਰ ਦੀ ਇੱਥੇ ਆ ਕੇ ਹੀ ਨਹੀਂ ਮੁੱਕਦੀ, ਇੱਥੋਂ ਅਸੀਂ ਸਿੱਖਦੇ ਹਾਂ, ਪਰ ਅਸਲੀ ਜਿਹੜੀ ਪਰਉਪਕਾਰੀ ਜ਼ਿੰਦਗੀ ਹੈ ਉਹ ਗੁਰਦੁਆਰੇ ਤੋਂ ਬਾਹਰ ਜਾ ਕੇ ਪਤਾ ਲੱਗਦੀ ਕਿ ਲੋਕਾਂ ਪ੍ਰਤੀ, ਸੰਗਤ ਪ੍ਰਤੀ ਜੋ ਦੁਨੀਆ ਬਣਾਈ ਹੈ ਅਕਾਲ ਪੁਰਖ ਨੇ, ਉਹਦੇ ਪ੍ਰਤੀ ਮੇਰੇ ਕੀ ਫਰਜ਼ ਹਨ।
ਫਿਰ ਉਸ ਤੋਂ ਬਾਅਦ ਸੇਵਾ ਸਫਲ ਉਹ ਹੈ ਜੋ ਥੋੜੇ ਯਤਨ ਨਾਲ ਵਧੇਕ ਤੋਂ ਵਧੇਕ ਹੋ ਸਕੇ। ਉਹ ਸੇਵਾ ਸਫਲ ਹੈ ਜਿਹੜੀ ਥੋੜੇ ਯਤਨ ਨਾਲ, ਜਿਹਦੇ ਯਤਨ ਥੋੜਾ ਕਰਨਾ ਪਵੇ ਤੇ ਵਧੇਕ ਤੋਂ ਵਧੇਕ, ਵੱਧ ਤੋਂ ਵੱਧ ਹੋ ਸਕੇ। ਭਾਵ ਰਲ ਮਿਲ ਕੇ ਜਿੰਨੀ ਵੀ ਆਪ ਜੀ ਕਰ ਸਕਦੇ ਹੋ। ਦਸਵੰਧ ਕੱਢਣਾ ਹਰ ਸਿੱਖ ਦੇ ਲਈ ਜ਼ਰੂਰੀ ਹੈ। ਕਈ ਜਗ੍ਹਾ ਦੇ ਉੱਤੇ ਵੇਖਿਆ ਕਿ ਸਾਰੇ ਪਰਿਵਾਰ ਦਸਵੰਧ ਕੱਢਦੇ ਆ, ਫਿਰ ਉਸ ਦਸਵੰਧ ਨੂੰ, ਜੋ ਆਪਾਂ ਗੱਲ ਵਿਚਾਰੀ ਸੀ ਕਿ 100ਵੇਂ ਚੋਂ ਜੇ 100 ਰੁਪਇਆ ਕਮਾਇਆ ਉਹਦੇ ਵਿੱਚ 10 ਰੁਪਏ ਗੁਰੂ ਦੇ ਤੇ 90 ਰੁਪਏ ਤੁਹਾਡੇ। ਇਸ ਤਰ੍ਹਾਂ ਕਈ ਪਰਿਵਾਰ ਆਪਸ 'ਚ ਦਸਵੰਧ ਕੱਢਦੇ ਆ ਆਪਣੀ ਕਿਰਤ ਕਮਾਈ ਦਾ, ਤੇ ਉਸ ਕੱਢੇ ਹੋਏ ਦਸਵੰਧ ਦੇ ਵਿੱਚੋਂ ਫਿਰ ਉਹ ਜਿਹੜਾ ਹੈ ਸਿੱਖ ਉਹਦੇ ਨਾਲ ਜਿਹੜੀ ਹੈ ਰਲ ਮਿਲ ਕੇ ਸੇਵਾ ਕਰਦਾ ਹੈ, ਵੱਧ ਤੋਂ ਵੱਧ, ਜਿੰਨੀ ਵਧੇਕ ਤੋਂ ਵਧੇਕ ਹੋ ਸਕੇ। ਯਤਨ ਥੋੜਾ ਕਰਨਾ ਪਵੇ, ਮਤਲਬ ਸਾਰੇ ਜਾਣੇ ਰਲ ਜਾਣ ਨੇੜੇ ਤੇੜੇ ਦੇ, ਤੇ ਯਤਨ ਥੋੜਾ ਕਰਨਾ ਪਵੇ ਤੇ ਵਧੇਕ ਤੋਂ ਵਧੇਕ ਜਿਹੜੀ ਉਹ ਸੇਵਾ ਹੋ ਸਕੇ। ਸਤਿਗੁਰੂ ਗੁਰੂ ਅਰਜਨ ਦੇਵ ਜੀ ਦੇ ਸਮੇਂ ਵੀ ਇਹ ਵੀ ਗੱਲ ਸੀ। ਇੱਕ ਪਾਸੇ ਹਰਿਮੰਦਰ ਸਾਹਿਬ ਦੀ ਜਿਹੜੀ ਸੀ ਗੁਰੂ ਅਰਜਨ ਦੇਵ ਜੀ ਦੇ ਵੇਲੇ ਉਸਾਰੀ ਹੋ ਰਹੀ ਸੀ। ਮਸੰਦ ਜੋ ਸਨ ਉਹ ਭੇਟਾਵਾਂ ਲੈ ਕੇ ਆਉਂਦੇ ਸਨ ਸਿੱਖਾਂ ਦੇ ਕੋਲੋਂ। ਭੇਟਾਵਾਂ ਲਿਆ ਕੇ ਤੇ ਉਹ ਫਿਰ ਉਸ ਜਗ੍ਹਾ ਦੇ ਉੱਤੇ ਜਿਹੜਾ ਸੀ ਉਸਾਰੀ ਦਾ ਕੰਮ ਚੱਲ ਰਿਹਾ ਸੀ। ਤੇ ਸਤਿਗੁਰਾਂ ਨੂੰ ਫਿਰ ਪਤਾ ਲੱਗਾ ਕਿ ਲਾਹੌਰ 'ਚ ਕਾਲ ਪੈ ਗਿਆ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਲਾਹੌਰ 'ਚ ਕਾਲ ਪੈ ਗਿਆ। ਤੇ ਬੜੀ ਸਤਿਗੁਰਾਂ ਦੀ ਜੀਵਨ ਬੜਾ ਕਮਾਲ ਦਾ ਹੈ। ਸਤਿਗੁਰਾਂ ਨੇ ਜਿਹੜੀ ਸੇਵਾ ਹੈ ਨਾ ਆਪ ਹੱਥੀਂ ਕਮਾਈ। ਸਤਿਗੁਰਾਂ ਨੇ ਜੋੜੇ ਤੱਕ ਝਾੜੀ ਆ ਸੰਗਤ ਦੇ। ਜਦੋਂ ਸੰਗਤ ਆਉਂਦੀ ਨਾ ਦਰਸ਼ਨ ਕਰਨ ਵਾਸਤੇ ਗੁਰੂ ਅਰਜਨ ਦੇਵ ਜੀ ਦੇ ਜੀਵਨ, ਸੰਗਤ ਦਰਸ਼ਨ ਵਾਸਤੇ ਆਉਂਦੀ ਹੈ। ਸੰਗਤ ਪੁੱਛਦੀ ਹੈ ਕਿ ਅਸੀਂ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਨੇ ਆ, ਤੇ ਸਤਿਗੁਰੂ ਕਹਿੰਦੇ ਕਿ ਅੰਦਰ ਹਨ ਗੁਰੂ ਸਾਹਿਬ, ਜਾਓ ਦਰਸ਼ਨ ਕਰ ਲਓ। ਆਪ ਹੀ ਖੜੇ ਨੇ ਉੱਥੇ। ਸੰਗਤ ਕਹਿੰਦੀ ਜੋੜੇ ਕਿੱਥੇ ਲਾਈਏ? ਸਤਿਗੁਰੂ ਕਹਿੰਦੇ ਇੱਥੇ ਲਾ ਦਿਓ ਜੋੜੇ, ਮੈਂ ਤੁਹਾਡੇ ਜੋੜਿਆਂ ਦੀ ਰਾਖੀ ਕਰਦਾ। ਤੇ ਸੰਗਤ ਜੋੜੇ ਲਾ ਕੇ ਅੰਦਰ ਚਲੀ ਜਾਂਦੀ ਹੈ ਤੇ ਸਤਿਗੁਰੂ ਸੰਗਤ ਦੇ ਜੋੜੇ ਝਾੜਨੇ ਸ਼ੁਰੂ ਕਰ ਦਿੰਦੇ। ਅੰਦਰ ਜਾਂਦੇ ਬਾਬਾ ਬੁੱਢਾ ਜੀ ਦੇ ਦਰਸ਼ਨ ਹੁੰਦੇ ਆ, ਤੇ ਬਾਬਾ ਬੁੱਢਾ ਜੀ ਨੂੰ ਕਹਿੰਦੇ ਗੁਰੂ ਅਰਜਨ ਦੇਵ ਜੀ ਕਿੱਥੇ ਆ? ਬਾਬਾ ਬੁੱਢਾ ਜੀ ਕਹਿੰਦੇ ਉਧਰਲੇ ਪਾਸੇ ਬਾਹਰ ਨੂੰ ਗਏ ਸਨ। ਜਦੋਂ ਬਾਬਾ ਬੁੱਢਾ ਜੀ ਸੰਗਤ ਨੂੰ ਨਾਲ ਲੈ ਕੇ ਆਉਂਦੇ ਆ ਤੇ ਅੱਗੇ ਸਤਿਗੁਰੂ ਸੰਗਤ ਦੇ ਜੋੜੇ ਝਾੜਦੇ। ਦੇਖੋ ਇੱਥੇ ਵੀ ਉਹ ਗੱਲ ਆਉਂਦੀ ਹੈ ਕਿ ਪੰਥ ਜਿਹੜਾ ਹੈ ਉਹ ਗੁਰੂ ਵੀ ਪੰਥ ਨੂੰ ਪਿਆਰ ਕਰਦਾ ਹੈ, ਗੁਰੂ ਵੀ ਪੰਥ ਦੇ ਨਾਲ ਕਿੰਨਾ ਹਿੱਤ ਕਰਦਾ ਹੈ। ਸੋ ਸਤਿਗੁਰਾਂ ਨੂੰ ਪਤਾ ਲੱਗਾ ਕਿ ਲਾਹੌਰ ਦੇ ਵਿੱਚ ਜਿਹੜਾ ਹੈ ਕਾਲ ਪੈ ਗਿਆ। ਇੱਧਰ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ। ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਿਹੜਾ ਉਸਾਰੀ ਦਾ ਕੰਮ ਰੋਕ ਦਿੱਤਾ ਤੇ ਕਿਹਾ ਕਿ ਚਲੋ ਸਿੱਖੋ, ਸਭ ਤੋਂ ਪਹਿਲਾਂ ਲਾਹੌਰ ਜਾਈਏ, ਜਿਹੜੀ ਸੰਗਤ ਉੱਥੇ ਲੋਕ ਭੁੱਖੇ ਮਰ ਰਹੇ ਆ ਉਹਨਾਂ ਦੀ ਜਾ ਕੇ ਸੇਵਾ ਕਰੀਏ, ਜਿੰਨੀ ਵੀ ਯਥਾ ਸ਼ਕਤ ਸਾਡੇ ਕੋਲ ਹੁੰਦੀ ਹੈ। ਤੇ ਜਿੰਨੇ ਵੀ ਮਸੰਦ ਸਨ ਉਹਨਾਂ ਨੂੰ ਕਹਿ ਦਿੱਤਾ ਕਿ ਦਸਵੰਧ ਇਕੱਠਾ ਕਰਕੇ ਤੇ ਤੁਸੀਂ ਸਿੱਧਾ ਲਾਹੌਰ ਹੀ ਪਹੁੰਚਾਉਣਾ, ਉੱਥੇ ਸੇਵਾ ਕਰਾਂਗੇ ਆਪਾਂ। ਸੋ ਕਹਿਣ ਤੋਂ ਭਾਵ ਕਿ ਇਹ ਸਤਿਗੁਰਾਂ ਨੇ ਸਾਨੂੰ ਗੁਰਦੁਆਰੇ ਦੇ ਵਿੱਚ ਜਿਹੜੀ ਸੇਵਾ ਕਰਤੀ ਹੈ, ਇਹ ਤੇ ਗੱਲ ਇੱਥੇ ਨਹੀਂ ਮੁੱਕਦੀ। ਇੱਥੇ ਅਸੀਂ ਕਰਨੀ ਆ ਸੇਵਾ, ਇਹ ਨਹੀਂ ਕਿ ਗੁਰਦੁਆਰੇ ਦੀ ਸੇਵਾ ਹੀ ਛੱਡ ਦੇਣੀ ਆ, ਕਿਉਂਕਿ ਗੁਰਦੁਆਰੇ ਵੀ ਸੰਗਤ ਨਾਲ ਹੀ ਚੱਲਦੇ ਆ। ਤੇ ਉਹਦੇ ਨਾਲ ਫਿਰ ਅਸੀਂ ਬਾਹਰ ਵੀ ਆਪਣੇ ਜੀਵਨ ਦੇ ਵਿੱਚ ਵਿਚਾਰਨਾ ਹੈ, ਵਧੇਕ ਤੋਂ ਵਧੇਕ ਜਿਹੜੀ ਸੇਵਾ ਹੋ ਸਕੇ। ਫਿਰ ਉਸ ਤੋਂ ਬਾਅਦ ਇਹ ਗੱਲ ਜਥੇਬੰਦੀ ਦੇ ਰਾਹੀਂ ਹੋ ਸਕਦੀ ਹੈ। ਜਥੇਬੰਦ ਹੋ ਕਰਕੇ ਕਿ ਇਕੱਠੇ ਹੋ ਕਰਕੇ ਸਿੱਖ ਜਿਹੜੇ ਆ ਉਹ ਆਪਣਾ ਦਸਵੰਧ ਇੱਕ ਜਗ੍ਹਾ ਦੇ ਉੱਤੇ ਇਕੱਠਾ ਕਰਕੇ ਆਪਣੇ ਇਲਾਕੇ ਦੇ ਵਿੱਚ, ਆਪਣੇ ਪਿੰਡ ਦੇ ਵਿੱਚ, ਆਪਣੇ ਸ਼ਹਿਰ ਦੇ ਵਿੱਚ ਇਹ ਕਾਰਜ ਜਿਹੜਾ ਉਹ ਕਰ ਸਕਦੇ ਆ। ਵਧੇਕ ਤੋਂ ਵਧੇਕ ਸੇਵਾ ਜਿਹੜੀ ਉਹ ਕਰ ਸਕਦੇ ਆ। ਪਰ ਇੱਥੇ ਗੱਲ ਇਹ ਵਾਚਣਯੋਗ ਆ ਕਿ ਦਸਵੰਧ ਕੱਢਣਾ ਜਿਹੜਾ ਹੈ ਨਾ ਬੜਾ ਜ਼ਰੂਰੀ ਹੈ ਹਰ ਸਿੱਖ ਦੇ ਵਾਸਤੇ। ਜਿਹੜਾ ਵੀ ਸਿੱਖ ਕਿਰਤੀ ਆ ਨਾ, ਅਸਲ 'ਚ ਸਿੱਖ ਨੂੰ ਤੇ ਕਿਰਤੀ ਹੋਣਾ ਹੀ ਚਾਹੀਦਾ। ਕੋਈ ਵੀ ਸਿੱਖ ਹੈ ਉਹਨੂੰ ਕਿਰਤੀ ਹੋਣਾ ਚਾਹੀਦਾ। ਕਿਰਤ ਤੋਂ ਬਿਨਾਂ ਉਹਦਾ ਜੀਵਨ ਨਹੀਂ ਹੈ। ਕਿਰਤੀ ਸਿੱਖ ਜਿਹੜਾ ਹੈ ਉਹਨੂੰ ਆਪਣਾ ਦਸਵੰਧ ਕੱਢਣਾ ਬੜਾ ਜ਼ਰੂਰੀ ਹੈ। ਭਾਵ ਜੇ 100 ਰੁਪਇਆ ਕਮਾਇਆ ਵਿੱਚੋਂ 10 ਰੁਪਏ ਕੱਢਣੇ, ਜੇ 1000 ਕਮਾਇਆ ਵਿੱਚੋਂ 100 ਕੱਢਣਾ। ਇਹ ਗੁਰੂ ਦਾ ਦਸਵੰਧ, ਇਹ ਗੁਰੂ ਦੀ ਬੇਨਤੀ ਨਹੀਂ ਹੈ, ਗੁਰੂ ਦਾ ਹੁਕਮ ਹੈ ਸਾਨੂੰ ਦਸਵੰਧ ਕੱਢਣਾ। ਤੇ 10ਵਾਂ ਹਿੱਸਾ ਕੱਢ ਕੇ ਫਿਰ ਜਥੇਬੰਦੀ ਦੀ ਕੋਈ ਬਣਾ ਲਈ ਜਾਵੇ ਤੇ ਜਿਹਦੇ ਨਾਲ ਵੱਧ ਤੋਂ ਵੱਧ ਜਿਹੜੀ ਸੇਵਾ ਹੋ ਸਕੇ। ਸਿੱਖ ਨੇ ਇਸ ਲਈ ਸ਼ਖਸੀ ਧਰਮ ਪੂਰਾ ਕਰਦਿਆਂ ਹੋਇਆਂ ਨਾਲ ਹੀ ਪੰਥਕ ਫਰਜ਼ ਵੀ ਪੂਰੇ ਕਰਨੇ ਹਨ। ਹੁਣ ਇਹ ਨਹੀਂ ਕਿ ਕੋਈ ਪੰਥਕ ਫਰਜ਼ਾਂ ਦੇ ਵਿੱਚ ਹੀ ਪੈ ਜਾਵੇ ਕਿ ਮੈਂ ਜਿਹੜਾ ਹੈ ਲੋਕਾਂ ਦਾ ਧਿਆਨ ਰੱਖਾਂ, ਮੈਂ ਉਹਨਾਂ ਨੂੰ ਜਿਹੜਾ ਹੈ ਲੋੜਵੰਦਾਂ ਦੀ ਮਦਦ ਕਰਾਂ ਤੇ ਉਹਦੇ ਨਾਲ ਹੀ ਆਪਣਾ ਜਿਹੜਾ ਸ਼ਖਸੀ ਧਰਮ ਜਿਹੜਾ ਉਹ ਭੁੱਲ ਜਾਵੇ, ਗੁਰਬਾਣੀ ਪੜ੍ਹਨੀ ਭੁੱਲ ਜਾਵੇ, ਅਰਦਾਸ ਕਰਨੀ, ਗੁਰਦੁਆਰੇ ਆਉਣਾ ਹੀ ਭੁੱਲ ਜਾਵੇ। ਨਹੀਂ, ਇਸ ਤਰ੍ਹਾਂ ਨਹੀਂ, ਪੰਥਕ ਫਰਜ਼ ਵੀ ਨਿਭਾਉਣਾ ਹੈ
ਤੇ ਉਹਦੇ ਨਾਲ ਆਪਣੀ ਸ਼ਖਸੀ ਰਹਿਣੀ ਜਿਹੜੀ ਆਪਣੀ ਜਿਹੜੀ ਆ ਨਿੱਜੀ ਰਹਿਣੀ, ਜਿਹਦੇ ਵਿੱਚ ਅਸੀਂ ਬਾਣੀ ਪੜ੍ਹਨੀ ਹੈ, ਸਿਮਰਨ ਕਰਨਾ ਹੈ, ਨਾਮ ਜਪਣਾ ਹੈ, ਉਹ ਵੀ ਆਪਣਾ ਕਾਰਜ ਨਾਲ ਪੂਰਾ ਰੱਖਣਾ ਹੈ, ਤੇ ਨਾਲ ਆਪਣੇ ਪੰਥਕ ਫਰਜ਼ ਵੀ ਨਿਭਾਉਣੇ ਹਨ। ਜਿੱਥੇ ਪੰਥ ਨੂੰ ਲੋੜ ਪੈਂਦੀ ਹੈ ਉੱਥੇ ਇੱਕ ਤਾਣ ਕੇ ਜਿਹੜਾ ਹੈ ਅੱਗੇ ਖੜਨਾ। ਇਸ ਜਥੇਬੰਦੀ ਦਾ ਨਾਮ ਪੰਥ ਹੈ। ਹੁਣ ਇਸ ਚੀਜ਼ ਨੂੰ ਪੰਥ ਕਿਹਾ ਜਾਂਦਾ ਹੈ, ਜਿਹੜਾ ਸ਼ਬਦ ਆਪਾਂ ਵਰਤਿਆ ਕਿ ਜਿਹੜੇ ਸਿੱਖ ਰਲ ਮਿਲ ਕੇ ਗੁਰੂ ਦੇ ਹਜ਼ੂਰ ਬੈਠ ਕੇ ਇੱਕ ਫੈਸਲਾ ਕਰਕੇ ਇਕੱਠੇ ਹੋ ਕੇ ਚੱਲਦੇ ਆ, ਉਸ ਜਥੇਬੰਦੀ ਨੂੰ ਪੰਥ ਕਿਹਾ ਜਾਂਦਾ ਹੈ। ਇੱਥੇ ਪੰਥ ਇਹ ਨਹੀਂ ਕਿ ਜਿਹੜੇ ਸਿਰਫ 4 ਸਿੱਖ ਇੱਕ ਜਗ੍ਹਾ ਦੇ ਉੱਤੇ ਬੈਠੇ ਆ ਤੇ ਉਹਨਾਂ ਨੂੰ ਪੰਥ ਕਹਿ ਦਿੱਤਾ। ਇੱਥੇ ਪੰਥ ਸਮੁੱਚਾ ਖਾਲਸਾ ਪੰਥ ਹੈ, ਸਮੁੱਚੀਆਂ ਜਥੇਬੰਦੀਆਂ ਹਨ, ਭਾਵੇਂ ਉਹ ਅਖੰਡ ਕੀਰਤਨੀਆਂ ਹਨ, ਭਾਵੇਂ ਉਹ ਟਕਸਾਲੀ ਜਥੇਬੰਦੀਆਂ ਹਨ, ਭਾਵੇਂ ਉਹ ਮਿਸ਼ਰਨੀ ਜਥੇਬੰਦੀਆਂ ਹਨ, ਭਾਵੇਂ ਉਹ ਅਕਾਲ ਤਖਤ ਸਾਹਿਬ ਦੇ ਨਾਲ ਰਿਲੇਟਡ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਭਾਵੇਂ ਲੋਕਲ ਗੁਰਦੁਆਰੇ ਦੀਆਂ ਕਮੇਟੀਆਂ ਹਨ। ਇਹ ਸਾਰੀਆਂ ਕੀ ਹਨ? ਪੰਥ। ਇਹਨਾਂ ਨੂੰ ਪੰਥ ਕਿਹਾ ਜਾਂਦਾ ਹੈ। ਭਾਵ ਜਿਸ ਜਗ੍ਹਾ ਦੇ ਉੱਤੇ ਜਿਸ ਜਗ੍ਹਾ ਦੇ ਉੱਤੇ 4 ਮਨੁੱਖ ਗੁਰੂ ਦੇ ਆਸ਼ੇ ਅਨੁਸਾਰ, ਇਹ ਨਹੀਂ ਕਿ ਆਪਣੀ ਮਰਜ਼ੀ ਨਾਲ, ਗੁਰੂ ਦੇ ਆਸ਼ੇ ਅਨੁਸਾਰ ਇੱਕ ਜਥੇਬੰਦੀ ਬਣਾ ਕੇ ਪਰਉਪਕਾਰ ਕਰਨ, ਉਸ ਜਥੇਬੰਦੀ ਨੂੰ ਆਪਾਂ ਪੰਥ ਦਾ ਨਾਮ ਦਿੰਦੇ ਹਾਂ। ਉਹਨੂੰ ਪੰਥ ਕਿਹਾ ਜਾਂਦਾ ਹੈ, ਉਹਨੂੰ ਖਾਲਸਾ ਪੰਥ ਕਿਹਾ ਜਾਂਦਾ ਹੈ, ਤੇ ਉਹਨੂੰ ਗੁਰੂ ਪੰਥ ਕਿਹਾ ਜਾਂਦਾ ਹੈ, ਜਿਹੜੇ ਆਪਸ ਦੇ ਵਿੱਚ ਬੈਠ ਕੇ ਤੇ ਵਿਚਾਰ ਕਰਦੇ ਆ। ਪਰ ਆਸ਼ਾ ਕੀ ਹੋਣਾ ਚਾਹੀਦਾ? ਸਿੱਖਿਆ ਕਿੱਥੋਂ ਲੈਣੀ ਚਾਹੀਦੀ ਹੈ? ਗੁਰੂ ਦੇ ਕੋਲੋਂ, ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲੋਂ। ਇਹ ਨਾ ਹੋਵੇ ਕਿ ਉਹ ਸਿੱਖਿਆ ਕਿਸੇ ਹੋਰ ਦੀ ਲਈ ਫਿਰਨ ਤੇ ਆਪਣੇ ਆਪ ਨੂੰ ਪੰਥਕ ਜਥੇਬੰਦੀ ਕਹਿਣ। ਇਸ ਤਰ੍ਹਾਂ ਨਹੀਂ, ਉਹਨਾਂ ਦੀ ਵਿਚਾਰਧਾਰਾ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨਾਲ ਮੇਲ ਖਾਂਦੀ ਹੋਵੇ, ਉਸ ਨੂੰ ਜਿਹੜਾ ਹੈ ਪੰਥ ਕਿਹਾ ਜਾਂਦਾ ਹੈ। ਇਸ ਜਥੇਬੰਦੀ ਨੂੰ ਪੰਥ ਕਿਹਾ ਜਾਂਦਾ ਹੈ। ਫਿਰ ਉਸ ਤੋਂ ਬਾਅਦ ਹਰ ਇੱਕ ਸਿੱਖ ਨੇ ਪੰਥ ਦਾ ਇੱਕ ਅੰਗ ਹੋ ਕੇ ਵੀ ਆਪਣਾ ਫਰਜ਼ ਨਿਭਾਉਣਾ ਹੈ। ਹਰ ਸਿੱਖ ਨੇ, ਹੁਣ ਪਹਿਲੋਂ ਗੱਲ ਕੀਤੀ ਵਿਸ਼ਾਲ, ਤੇ ਸਾਰੀਆਂ ਜਥੇਬੰਦੀਆਂ ਇੱਕ ਪੰਥ ਹਨ। ਹੁਣ ਇੱਕ ਇਕੱਲਾ ਮਨੁੱਖ ਵੀ ਪੰਥ ਹੈ। ਕਦੋਂ ਪੰਥ ਹੈ? ਜਦੋਂ ਉਹ ਪੰਥਕ ਕਾਰਜਾਂ ਦੇ ਵਿੱਚ ਹਿੱਸਾ ਲੈਂਦਾ ਹੈ, ਜਦੋਂ ਉਹ ਗੁਰੂ ਘਰ ਦੇ ਵਿੱਚ ਆ ਕੇ ਗੁਰੂ ਘਰ ਦੀਆਂ ਜਥੇਬੰਦੀਆਂ 'ਚ ਬੈਠ ਕੇ ਵਿਚਰਦਾ ਹੈ, ਸਾਰਿਆਂ ਨਾਲ ਬੈਠ ਕੇ ਗੱਲਬਾਤ ਕਰਦਾ ਹੈ, ਧਰਮ ਦੀ ਵਿਚਾਰ ਕਰਦਾ ਹੈ, ਉਹ ਵੀ ਇੱਕ ਪੰਥ ਦਾ ਹਿੱਸਾ ਹੈ। ਕਿਉਂਕਿ ਇੱਕ ਮਨੁੱਖ ਦੇ ਨਾਲ ਹੀ ਪੰਥ ਬਣਦਾ ਹੈ। ਪਰ ਗੱਲ ਇੱਥੇ ਉਹੀ ਹੈ ਕਿ ਉਹਦੀ ਵਿਚਾਰਧਾਰਾ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦੇ ਨਾਲ ਰਲਦੀ ਹੋਵੇ, ਉਹ ਗੁਰੂ ਗ੍ਰੰਥ ਦੇ ਹਜ਼ੂਰ ਰਹਿ ਕੇ ਸਿਰ ਨੀਵਾਂ ਕਰਕੇ ਚੱਲੇ। ਇਸ ਕਰਕੇ ਇਹ ਜਿਹੜਾ ਹੈ ਇੱਕ ਸਿੱਖ ਵੀ ਜਿਹੜਾ ਹੈ ਉਹ ਪੰਥ ਦਾ ਰੂਪ ਹੈ, ਆਪਣੇ ਆਪ ਨੂੰ ਪੰਥ ਦਾ ਰੂਪ ਜਿਹੜਾ ਹੈ ਉਹ ਮੰਨੇ। ਤੇ ਉਸ ਤੋਂ ਬਾਅਦ ਹੁਣ ਪੰਥ ਜਿਹੜਾ ਸੀ, ਪੁਰਾਣੇ ਸਮਿਆਂ ਦੇ ਵਿੱਚ ਵੀ ਜਥੇਬੰਦੀਆਂ ਸਨ। ਜਦੋਂ ਮਿਸਲਾਂ ਦਾ ਸਮਾਂ ਸੀ ਨਾ, 12 ਮਿਸਲਾਂ ਸਨ ਇੱਥੇ, ਤੇ 12 ਮਿਸਲਾਂ ਦੇ ਸਮੇਂ ਕੀ ਸੀ ਕਿ ਉਹ ਮਿਸਲਾਂ ਵਾਲੇ ਆਪਸ ਚ ਲੜਦੇ ਰਹਿੰਦੇ ਸਨ। ਤੇ ਉਹ ਜਦੋਂ ਆਪਾਂ ਗਾਂ ਇਤਿਹਾਸ ਵਿਚਾਰਨਾ, ਜਦੋਂ ਆਪਣੀ ਪੰਥਕ ਰਹਿਣੀ ਖਤਮ ਹੋ ਗਈ ਨਾ, ਰਹਿਤ ਮਰਿਆਦਾ ਦੀ ਕਲਾਸ ਖਤਮ ਹੋ ਗਈ, ਫਿਰ ਆਪਾਂ ਇਹਨਾਂ ਮਿਸਲਾਂ ਦਾ ਇਤਿਹਾਸ, ਮਹਾਰਾਜਾ ਰਣਜੀਤ ਸਿੰਘ ਜੀ ਦਾ ਇਤਿਹਾਸ, ਆਪਾਂ ਸਮੁੱਚਾ ਇਤਿਹਾਸ ਵਿਚਾਰਾਂਗੇ। ਕਿਉਂਕਿ ਸਾਨੂੰ ਗੁਰੂ ਸਾਹਿਬਾਨਾਂ ਦਾ ਇਤਿਹਾਸ ਤੇ ਪਤਾ ਹੈ, ਪਰ ਅਸੀਂ ਆਪਣੇ ਪੰਥ ਦਾ ਇਤਿਹਾਸ ਜਿਹੜਾ ਭੁੱਲਦੇ ਜਾਂਦੇ ਹਾਂ ਕਿ ਕਿਵੇਂ ਸਾਡਾ ਸਿੱਖ ਰਾਜ ਆਇਆ ਸੀ ਤੇ ਕਿਵੇਂ ਗਿਆ। ਤੇ ਉਹ ਆਪਾਂ ਸਮਾਂ ਆਏਗਾ ਤੇ ਅੱਗੇ ਆਪਾਂ ਇਸ ਰਹਿਤ ਮਰਿਆਦਾ ਤੋਂ ਬਾਅਦ ਇਤਿਹਾਸ ਹੀ ਵਿਚਾਰਿਆ ਕਰਨਾ ਹੈ। ਸੋ ਉਹ ਜਿਹੜੀਆਂ 12 ਮਿਸਲਾਂ ਸਨ, ਉਹ ਆਪਸ ਚ ਲੜਦੇ ਬੜੇ ਸਨ। ਜਿਹਦੇ ਕਿਸੇ ਨੇ ਕਿਸੇ ਦਾ ਇਲਾਕਾ ਨੱਪ ਲਿਆ, ਕਿਸੇ ਨੇ ਕਿਸੇ ਦਾ, ਆਪਸ ਚ ਲੜਦੇ ਰਹਿੰਦੇ ਸਨ। ਪਰ ਜਦੋਂ ਅਕਾਲ ਤਖਤ ਸਾਹਿਬ ਦਾ ਜਥੇਦਾਰ ਉਹਨਾਂ ਨੂੰ ਬੁਲਾਉਂਦਾ ਸੀ ਕਿ ਭਾਈ ਦੀਵਾਲੀ ਦਾ ਸਮਾਂ ਆਇਆ ਤੇ ਤੁਸੀਂ ਆਓ, ਆਪਾਂ ਬੈਠੀਏ, ਤੇ ਉਸ ਸਮੇਂ ਸਾਰਾ ਪੰਥ ਜਿਹੜਾ ਉੱਥੇ ਇਕੱਠਾ ਹੁੰਦਾ ਸੀ। 12 ਦੀਆਂ 12 ਮਿਸਲਾਂ ਇਕੱਠੀਆਂ ਹੁੰਦੀਆਂ ਸਨ, ਤੇ ਉਸ ਸਮੇਂ ਉੱਥੇ ਸਿਰਫ ਉਹੀ ਮੁੱਦੇ ਵਿਚਾਰੇ ਜਾਂਦੇ ਸਨ ਜਿਹੜੇ ਪੰਥ ਦੇ ਹਿੱਤ ਦੇ ਵਿੱਚ ਸਨ, ਤੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨਾਲ ਮੇਲ ਖਾਂਦੇ ਸਨ। ਹੋਰ ਕੋਈ ਮਸਲਾ ਜਿਹੜਾ ਨਹੀਂ ਸੀ ਵਿਚਾਰਿਆ ਜਾਂਦਾ, ਉਹਨੂੰ ਕਿਹਾ ਜਾਂਦਾ ਸੀ ਪੰਥ। ਕਿ ਅੱਜ ਜਿਹੜਾ ਹੈ ਦੀਵਾਲੀ ਹੈ ਜਾਂ ਅੱਜ ਵਿਸਾਖੀ ਹੈ, ਅੱਜ ਪੰਥ ਨੇ ਅਕਾਲ ਤਖਤ ਸਾਹਿਬ ਦੇ ਉੱਤੇ ਇਕੱਠਾ ਹੋਣਾ, ਤੇ ਫਿਰ ਸਾਰੀਆਂ 12 ਦੀਆਂ 12 ਮਿਸਲਾਂ ਉੱਤੇ ਇਕੱਠੀਆਂ ਹੋ ਕੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਬੈਠ ਕੇ ਜਿਹੜੇ ਵੱਡੇ ਮੁੱਦੇ ਹੁੰਦੇ ਸਨ, ਧਾਰਮਿਕ ਮੁੱਦੇ, ਉਹਨਾਂ ਨੂੰ ਉੱਥੇ ਵਿਚਾਰਿਆ ਜਾਂਦਾ ਸੀ। ਤੇ ਉੱਥੇ ਭਾਵੇਂ ਕਿ ਆਪਸ ਵਿੱਚ ਲੜਦੇ ਰਹਿੰਦੇ ਸਨ, ਪਰ ਜਦੋਂ ਉੱਥੇ ਗੱਲ ਪਹੁੰਚਦੀ ਸੀ ਅਕਾਲ ਤਖਤ ਸਾਹਿਬ ਦੇ ਉੱਤੇ, ਉਦੋਂ ਜਥੇਬੰਦ ਹੋ ਕੇ ਬੈਠਦੇ ਸਨ। ਉਹਨੂੰ ਜਿਹੜਾ ਸੀ ਪੰਥ ਕਿਹਾ ਜਾਂਦਾ ਸੀ। ਇਸ ਕਰਕੇ ਹਰ ਇੱਕ ਸਿੱਖ ਦਾ ਇੱਕ ਪੰਥਕ ਫਰਜ਼ ਬਣਦਾ ਹੈ।
ਹੁਣ ਭਾਈ ਤਾਰੂ ਸਿੰਘ ਜੀ ਦਾ ਉਸ ਦਿਨ ਆਪਾਂ ਜੀਵਨ ਵਿਚਾਰਿਆ ਸੀ, ਤੇ ਭਾਈ ਤਾਰੂ ਸਿੰਘ ਸ਼ਖਸੀ ਰਹਿਣੀ ਦੇ ਬੜੇ ਪਰਪੱਕ ਸਨ। ਆਪਾਂ ਨੂੰ ਪਤਾ ਹੈ, ਬਾਣੀ ਪੜ੍ਹਦੇ ਸਨ, ਸਰੰਦੀ ਦੇ ਨਾਲ ਕੀਰਤਨ ਕਰਦੇ ਸਨ, ਤੇ ਉਹਨਾਂ ਦਾ ਜੀਵਨ ਬੜਾ ਉੱਚਾ ਸੁੱਚਾ ਸੀ। ਪਰ ਭਾਈ ਤਾਰੂ ਸਿੰਘ ਜੀ ਨੂੰ ਜਦੋਂ ਇਹ ਪਤਾ ਲੱਗਦਾ ਹੈ ਕਿ ਜੰਗਲਾਂ ਦੇ ਵਿੱਚ ਰਹਿਣ ਵਾਲੇ, ਝਿੜੀਆਂ 'ਚ ਰਹਿਣ ਵਾਲੇ ਸਿੱਖਾਂ ਦੀ ਹਾਲਾਤ ਬਹੁਤ ਮਾੜੀ ਹੈ, ਫਿਰ ਉਹਨਾਂ ਨੇ ਆਪਣਾ ਇੱਕ ਪੰਥਕ ਫਰਜ਼ ਸਮਝਿਆ। ਉਹਨਾਂ ਨੇ ਆਪਣੇ ਘਰ 'ਚ ਪ੍ਰਸ਼ਾਦਾ ਪਾਣੀ ਤਿਆਰ ਕਰਨਾ ਤੇ ਉਹਨਾਂ ਸਿੱਖਾਂ ਦੇ ਵਾਸਤੇ ਲੈ ਕੇ ਜਾਣਾ ਜਿਹੜੇ ਜੰਗਲ 'ਚ ਰਹਿੰਦੇ ਸੀ। ਇਹ ਸੀ ਉਹਨਾਂ ਦਾ ਪੰਥਕ ਫਰਜ਼। ਸ਼ਖਸੀ ਰਹਿਣੀ ਵੀ ਕਾਇਮ ਸੀ, ਬਾਣੀ ਪੜ੍ਹਨੀ, ਸਿਮਰਨ ਕਰਨਾ, ਤੇ ਉਹਦੇ ਨਾਲ ਨਾਲ ਪੰਥਕ ਰਹਿਣੀ ਵੀ ਕਾਇਮ ਸੀ ਉਹਨਾਂ ਦੀ। ਉਹ ਜੰਗਲ 'ਚ ਜਾ ਕੇ ਸਿੱਖਾਂ ਨੂੰ ਪ੍ਰਸ਼ਾਦਾ ਵੀ ਛਕਾਇਆ ਕਰਦੇ ਸਨ। ਇਹ ਸਾਡੀ ਕੀ ਹੈ? ਪੰਥਕ ਰਹਿਣੀ। ਇਹਦੇ ਵਿੱਚ ਅਸੀਂ ਪੰਥ ਦੇ ਬਰਾਬਰ ਖੜਾ ਹੋਣਾ ਹੈ, ਪੰਥ ਨੂੰ ਆਪਣਾ ਆਸਰਾ ਦੇਣਾ ਹੈ। ਇਹਨੂੰ ਜਿਹੜਾ ਹੈ, ਹਰ ਇੱਕ ਮਨੁੱਖ ਜਿਹੜਾ ਹੈ ਉਹ ਪੰਥ ਦਾ ਜਿਹੜਾ ਹਿੱਸਾ ਹੈ। ਨੰਬਰ ਊੜਾ, ਗੁਰੂ ਪੰਥ। ਗੁਰੂ ਪੰਥ ਹੈ ਕੀ? ਅਸਲ 'ਚ ਗੁਰੂ ਪੰਥ ਦੀ ਇੱਕ ਜਿਹੜੀ ਗੱਲ ਹੈ ਇੱਥੇ ਦੱਸੀ ਗਈ ਹੈ ਕਿ ਅਸਲ 'ਚ ਗੁਰੂ ਪੰਥ ਹੈ ਕੀ, ਉਹਦੇ ਬਾਰੇ ਗੱਲ ਹੈ। ਤਿਆਰ ਬਰ ਤਿਆਰ ਸਿੰਘਾਂ ਦੇ ਸਮੁੱਚੇ ਸਮੂਹ ਨੂੰ ਗੁਰੂ ਪੰਥ ਆਖਦੇ ਹਨ। ਉਹੀ ਗੱਲ ਆ ਗਈ, ਹਾਂਜੀ, ਉਹੀ ਗੱਲ ਆ ਗਈ ਕਿ ਜਿਹੜੇ ਗੁਰੂ ਪੰਥ ਨੂੰ ਮੰਨਣ ਵਾਲੇ ਕਿਹੜੇ ਹਨ? ਤਿਆਰ ਬਰ ਤਿਆਰ ਜਿਹੜੇ ਸਿੱਖ ਹੁੰਦੇ ਆ, ਅੰਮ੍ਰਿਤਧਾਰੀ ਸਿੱਖ, ਤਿਆਰ ਬਰ ਤਿਆਰ। ਇੱਥੇ ਗੱਲ ਪੰਜਾਂ ਦੀ ਨਹੀਂ ਆ, ਇੱਥੇ ਗੱਲ ਦਸਾਂ ਦੀ ਨਹੀਂ ਹੈ, ਇੱਥੇ ਗੱਲ ਦੋਵਾਂ ਦੀ ਨਹੀਂ। ਤਿਆਰ ਬਰ ਤਿਆਰ ਕਿੰਨੇ ਵੀ ਹੋ ਸਕਦੇ। ਤਿਆਰ ਬਰ ਤਿਆਰ ਸਿੱਖਾਂ ਦੇ ਸਮੁੱਚੇ ਸਮੂਹ ਨੂੰ, ਸਮੁੱਚਾ ਸਮੂਹ, ਭਾਵੇਂ ਉਹ ਨਿਹੰਗ ਸਿੰਘ ਜਥੇਬੰਦੀਆਂ ਨਾਲ ਸੰਬੰਧ ਰੱਖਦੇ ਹੋਣ ਪਰ ਜੀਵਨ ਉੱਚਾ ਸੁੱਚਾ ਹੋਵੇ, ਇਹ ਗੱਲ ਪੱਕੀ ਹੈ। ਤਿਆਰ ਬਰ ਤਿਆਰ ਹੋਣ, ਭਾਵੇਂ ਨਿਹੰਗ ਸਿੰਘ ਜਥੇਬੰਦੀਆਂ ਨਾਲ ਸੰਬੰਧ ਰੱਖਦੇ ਹੋਣ, ਭਾਵੇਂ ਟਕਸਾਲ ਨਾਲ ਸੰਬੰਧ ਰੱਖਦੇ ਹੋਣ, ਭਾਵੇਂ ਉਹ ਕਿਸੇ ਅਖੰਡ ਕੀਰਤਨੀ ਜਥੇਬੰਦੀ ਨਾਲ ਸੰਬੰਧ ਰੱਖਦੇ ਹਨ, ਭਾਵੇਂ ਮਿਸ਼ਰਨੀ ਜਥੇਬੰਦੀ ਨਾਲ ਸੰਬੰਧ ਰੱਖਦੇ ਹਨ, ਭਾਵੇਂ ਉਹ ਜਿਹੜਾ ਹੈ ਅਕਾਲ ਤਖਤ ਸਾਹਿਬ ਦੇ ਉੱਤੋਂ ਜੋ ਪ੍ਰਮਾਣਿਤ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਉਹਨਾਂ ਗੁਰਦੁਆਰਿਆਂ ਨਾਲ ਸੰਬੰਧ ਰੱਖਦੇ ਹਨ, ਭਾਵੇਂ ਲੋਕਲ ਗੁਰਦੁਆਰਿਆਂ ਦੀਆਂ ਕਮੇਟੀਆਂ ਹੋਣ, ਪਰ ਗੱਲ ਕਿਹੜੀ ਹੈ? ਤਿਆਰ ਬਰ ਤਿਆਰ ਸਿੰਘ ਹੋਣ। ਇਹ ਗੱਲ ਵਿਚਾਰਨਯੋਗ ਹੈ ਕਿ ਉਹ ਤਿਆਰ ਬਰ ਤਿਆਰ ਭਾਵ ਆਪਣੀ ਸ਼ਖਸੀ ਰਹਿਣੀ ਦੇ ਵਿੱਚ ਪਰਪੱਕ ਹੋਣ। ਸਮੁੱਚੇ ਸਿੱਖਾਂ ਦੇ ਸਮੂਹ ਨੂੰ ਗੁਰੂ ਪੰਥ ਆਖਦੇ ਹਨ। ਇਹਨੂੰ ਗੁਰੂ ਪੰਥ ਦਾ ਨਾਮ ਦਿੱਤਾ ਗਿਆ ਹੈ। ਇਸ ਦੀ ਤਿਆਰੀ ਦਸਾਂ ਗੁਰੂ ਸਾਹਿਬਾਨ ਨੇ ਕੀਤੀ ਅਤੇ ਦਸਮ ਗੁਰੂ ਜੀ ਨੇ ਇਸ ਦਾ ਅੰਤਿਮ ਸਰੂਪ ਬਣ ਕੇ ਗੁਰਿਆਈ ਸੌਂਪੀ। ਇਹਦੀ ਸਮੁੱਚੀ ਤਿਆਰੀ ਜਿਹੜੀ ਸੀ ਦਸਾਂ ਗੁਰੂ ਸਾਹਿਬਾਨਾਂ ਨੇ ਕੀਤੀ। ਸਤਿਗੁਰਾਂ ਨੇ ਸਾਰਿਆਂ ਸਿੱਖਾਂ ਨੂੰ, ਜਿੰਨੇ ਵੀ ਸਿੱਖ ਸਨ, ਉਹਨਾਂ ਦੇ ਅੰਦਰ ਇਹ ਭਾਵਨਾ ਭਰੀ ਕਿ ਉਹਨਾਂ ਦਾ ਜੀਵਨ ਉੱਚਾ ਸੁੱਚਾ ਹੋਵੇ, ਚੜ੍ਹਦੀ ਕਲਾ ਵਾਲਾ ਜੀਵਨ ਹੋਵੇ। ਜਦੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਸੰਗਤ ਦੀ ਪ੍ਰਥਾ ਆਰੰਭ ਕੀਤੀ ਤੇ ਉੱਥੋਂ ਹੀ ਇਹ ਜਿਹੜੀ ਹੈ ਪੰਥ ਜਿਹੜਾ ਬਣਨਾ ਉੱਥੋਂ ਹੀ ਸ਼ੁਰੂ ਹੋ ਗਿਆ। ਜਦੋਂ ਸਤਿਗੁਰਾਂ ਨੇ ਸੰਗਤ ਦੀ ਜਿਹੜੀ ਸੀ ਆਰੰਭਤਾ ਕੀਤੀ, ਸੰਗਤ ਦੇ ਵਿੱਚ ਸਾਰੇ ਜੁੜਦੇ ਸਨ, ਉੱਚੇ ਨੀਵੇਂ, ਜਿਹੜੇ ਵੀ ਭਾਵੇਂ ਕਿਸੇ ਵੀ ਜਾਤ ਨਾਲ ਸੰਬੰਧ ਰੱਖਦੇ ਸਨ, ਤੇ ਜਿਹੜੇ ਸਤਿਗੁਰਾਂ ਦੀ ਚਰਨ ਪੌਲ ਲੈ ਲੈਂਦੇ ਸਨ, ਉਹ ਫਿਰ ਗੁਰੂ ਦੇ ਸਿੱਖ ਬਣ ਜਾਂਦੇ ਸੀ। ਤੇ ਉੱਥੋਂ ਫਿਰ ਇਹ ਜਿਹੜੀ ਹੈ ਗੁਰੂ ਪੰਥ ਦੀ ਮਰਿਆਦਾ ਆਰੰਭ ਹੁੰਦੀ ਗੁਰੂ ਨਾਨਕ ਸਾਹਿਬ ਤੋਂ। ਜਦੋਂ ਸੰਗਤ ਦੇ ਵਿੱਚ ਬੈਠ ਕੇ ਗੁਰੂ ਦਾ ਉਪਦੇਸ਼ ਸੁਣਦੇ ਸਨ ਸਿੱਖ। ਫਿਰ ਉਸ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਨੇ ਇਹਦੀ ਘਾਟ ਘੜੀ ਸਿੱਖਾਂ ਦੇ ਅੰਦਰ ਹੋਰ ਸਪਿੱਟ। ਜਦੋਂ ਫਿਰ ਉਸ ਤੋਂ ਬਾਅਦ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਵੇਲੇ ਸਿੱਖਾਂ ਦੇ ਬੜੇ ਸਵਾਲ ਸਨ। ਤੁਸੀਂ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਪੜ੍ਹੋਗੇ ਨਾ, ਤੇ ਉਹਦੇ ਵਿੱਚ ਗੁਰੂ ਅਮਰਦਾਸ ਜੀ ਦੇ ਸਭ ਤੋਂ ਵੱਧ ਸ਼ਲੋਕ ਹਨ। ਸ਼ਲੋਕ ਇਹ ਹੁੰਦੇ ਆ ਕਿ ਸਿੱਖਾਂ ਦੀਆਂ ਛੋਟੇ ਸਵਾਲ ਹੁੰਦੇ ਸਨ, ਕਿਉਂਕਿ ਉਦੋਂ ਪੰਥ ਜਿਹੜਾ ਸੀ ਬਣਿਆ ਸੀ। ਗੁਰੂ ਨਾਨਕ ਸਾਹਿਬ ਤੋਂ ਬਾਅਦ ਗੁਰੂ ਅੰਗਦ ਸਾਹਿਬ ਆਏ, ਗੁਰੂ ਅੰਗਦ ਸਾਹਿਬ ਜੀ ਦੇ ਵੀ ਸ਼ਲੋਕ ਆ। ਤੇ ਫਿਰ ਉਸ ਤੋਂ ਬਾਅਦ ਗੁਰੂ ਅਮਰਦਾਸ ਜੀ ਦੇ ਸਮੇਂ ਸਿੱਖਾਂ ਨੂੰ ਜਦੋਂ ਕੋਈ ਗੱਲ ਪਤਾ ਨਹੀਂ ਸੀ ਲੱਗਦੀ ਹੁੰਦੀ, ਉਹ ਫਿਰ ਸਤਿਗੁਰਾਂ ਦੇ ਹਜ਼ੂਰ ਹੱਥ ਜੋੜ ਕੇ ਬੇਨਤੀ ਕਰਦੇ ਸਨ, ਸਤਿਗੁਰੂ ਆਹ ਗੱਲ ਇੱਥੋਂ ਨਹੀਂ ਸਮਝ ਲੱਗੀ, ਦੱਸੋ। ਫਿਰ ਗੁਰੂ ਸਾਹਿਬ ਨੇ ਵੱਧ ਤੋਂ ਵੱਧ ਸ਼ਲੋਕ ਉਚਾਰਨ ਕੀਤੇ। ਉਹ ਸੀ ਘਾਟ ਤੇ ਘੜੀ ਪੰਥ ਦੀ, ਕਿ ਅਸਲ ਪੰਥ ਕਿਵੇਂ ਦਾ ਹੋਣਾ ਚਾਹੀਦਾ ਹੈ। ਇਸ ਤਰ੍ਹਾਂ ਦਸੇ ਗੁਰੂ ਸਾਹਿਬਾਨਾਂ ਨੇ ਬਾਣੀ ਸੁਣਾ ਕੇ, ਬਾਣੀ ਦੀ ਵਿਚਾਰਧਾਰਾ ਅਨੁਸਾਰ ਆਪਣਾ ਜੀਵਨ ਬਤੀਤ ਕੀਤਾ, ਤੇ ਆਪਣੇ ਸਿੱਖਾਂ ਨੂੰ ਵੀ ਉਹ ਜੀਵਨ ਬਤੀਤ ਕਰਨ ਦੀ ਜਿਹੜੀ ਗੱਲ ਕਹੀ। ਤੇ ਫਿਰ ਸਿੱਖਾਂ ਨੇ ਜਿਹੜਾ ਦਸਮ ਗੁਰੂ ਨੇ, ਫਿਰ ਦਸਵੇਂ ਪਾਤਸ਼ਾਹ ਜੀ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ, ਜਦੋਂ ਪੰਜਾਂ ਸਿਰਾਂ ਦੀ ਜਿਹੜੀ ਸੀ ਮੰਗ ਕਰਕੇ ਕਿ ਭਾਈ ਜੇ ਕੋਈ ਪੰਜ ਜਿਹੜੇ ਆ ਉਹ ਆਓ ਸਾਹਮਣੇ ਨਿੱਤਰੋ, ਤੇ ਫਿਰ ਲੜੀਵਾਰ ਪੰਜ ਸਿੰਘ ਜਦੋਂ
ਸਾਹਮਣੇ ਗਏ ਸਤਿਗੁਰਾਂ ਨੇ ਫਿਰ ਉਹ ਅੰਤਿਮ ਰੂਪ ਦਿੱਤਾ ਪੰਥ ਨੂੰ ਕਿ ਹੁਣ ਜਿਹੜਾ ਹੈ ਪੰਥ ਜਿਹੜਾ ਹੈ ਉਹ ਗੁਰੂ ਕਾ ਹੈ ਤੇ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਇਸ ਪੰਥ ਨੇ ਰਹਿਣਾ ਹੈ। ਫਿਰ ਸਤਿਗੁਰਾਂ ਨੇ ਇਹ ਸਮੁੱਚਾ ਰੂਪ ਬਣਾ ਕੇ ਪੰਜ ਸਿੰਘਾਂ ਨੂੰ, ਜਦੋਂ ਸਤਿਗੁਰਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ ਨਾ ਨੰਦੇੜ ਵਿਖੇ, ਤੇ ਉਸ ਸਮੇਂ ਪੰਜ ਸਿੰਘਾਂ ਨੂੰ ਵੀ ਸਤਿਗੁਰਾਂ ਨੇ ਤਿਆਰ ਬਰ ਤਿਆਰ ਕੀਤਾ ਸੀ ਕਿ ਪੰਜ ਸਿੰਘ ਤਿਆਰ ਬਰ ਤਿਆਰ ਹੋ ਕੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਆਓ। ਫਿਰ ਸਾਰੇ ਪੰਥ ਨੂੰ ਸਤਿਗੁਰਾਂ ਨੇ ਉਸ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਝੁਕਾ ਦਿੱਤਾ ਸੀ। ਝੁਕਾ ਕੇ ਫਿਰ ਕਿਹਾ ਕਿ ਜਿਹੜਾ ਹੈ ਸਿੱਖ ਉਹ ਸਾਡੇ ਜਿਹੜੇ ਦਰਸ਼ਨ ਕਰਨਾ ਚਾਹੁੰਦਾ ਹੈ ਉਹ ਇਹਨਾਂ ਪੰਜ ਸਿੰਘਾਂ ਚੋਂ ਕਰੇਗਾ, ਤੇ ਜੇ ਸਾਡੇ ਸ਼ਖਸੀ ਦਰਸ਼ਨ ਕਰਨਾ ਚਾਹੁੰਦਾ ਉਹ ਮਨੁੱਖ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਸਾਡੇ ਦਰਸ਼ਨ ਕਰ ਸਕਦਾ ਹੈ। ਸੋ ਸਤਿਗੁਰਾਂ ਨੇ ਇਹ ਜਿਹੜੀ ਹੈ ਨਾ ਪੰਥਕ ਰੀਤ, ਪੰਥ ਜਿਹੜਾ ਬਣਾਇਆ ਹੈ, ਇਹ ਪੰਥ ਜਿਹੜਾ ਹੈ ਇਹ 10 ਗੁਰੂ ਸਾਹਿਬਾਨਾਂ ਨੇ ਘਾਟ ਘੜੀ ਹੈ ਇਹਦੀ। ਫਿਰ 10ਵੇਂ ਪਾਤਸ਼ਾਹ ਨੇ ਇਹਨੂੰ ਇੱਕ ਸਮੁੱਚਾ ਰੂਪ ਜਿਹੜਾ ਦਿੱਤਾ ਹੈ। ਉਸ ਦਿਨ ਆਪਾਂ ਵਿਚਾਰਿਆ ਸੀ ਕਿ ਸਤਿਗੁਰਾਂ ਨੇ ਪਰਖ ਵੀ ਕੀਤੀ ਖਾਲਸੇ ਦੀ, ਜਦੋਂ ਦਾਦੂ ਦੀ ਕਬਰ ਨੂੰ ਤੀਰ ਦੇ ਨਾਲ ਨਮਸਕਾਰ ਕੀਤੀ ਤੇ ਸਿੱਖਾਂ ਨੇ ਕਿਹਾ ਕਿ ਸਤਿਗੁਰੂ ਆਪ ਜੀ ਨੂੰ ਤਨਖਾਹ ਲਾਈ ਜਾਂਦੀ ਹੈ, ਤੁਸੀਂ ਇਸ ਦਾਦੂ ਦੀ ਕਬਰ ਨੂੰ ਨਮਸਕਾਰ ਕਿਉਂ ਕੀਤੀ? ਤੇ ਉਸ ਸਮੇਂ ਸਤਿਗੁਰਾਂ ਨੇ ਕਿਹਾ ਕਿ ਮੈਨੂੰ ਕੋਈ ਦੁੱਖ ਨਹੀਂ ਹੈ ਤਨਖਾਹ ਲੱਗਣ ਦਾ, ਪਰ ਮੈਨੂੰ ਖੁਸ਼ੀ ਇਸ ਗੱਲ ਦੀ ਕਿ ਮੇਰਾ ਖਾਲਸਾ ਜਿਹੜਾ ਬਣਾਇਆ ਹੋਇਆ ਹੈ ਉਹ ਅੱਜ ਪਰਪੱਕ ਹੈ। ਇਹ ਨਾ ਜਬ ਇਹ ਗਏ ਵਿਪਰਨ ਕੀ ਰੀਤ, ਮੈਂ ਨਾ ਕਰੋ ਇਨਕੀ ਪ੍ਰਤੀਤ। ਸਤਿਗੁਰਾਂ ਨੇ ਕਿਹਾ ਹੁਣ ਇਹ ਵਿਪਰਨ ਦੀ ਰੀਤ ਜੇ ਗਹਿਣਗੇ ਫਿਰ ਨਹੀਂ ਮੈਂ ਇਹਨਾਂ ਦੀ ਪ੍ਰਤੀਤ ਕਰਦਾ, ਪਰ ਜੇ ਇਹ ਗੁਰੂ ਗ੍ਰੰਥ ਸਾਹਿਬ ਦੇ ਅਧੀਨ ਹੋ ਕੇ ਚੱਲਣਗੇ, ਜੇ ਤਿਆਰ ਬਰ ਤਿਆਰ ਰਹਿਣਗੇ ਤੇ ਫਿਰ ਇਹਨਾਂ ਦੀ ਮੈਂ ਪ੍ਰਤੀਤ ਕਰੂੰਗਾ, ਫਿਰ ਮੈਂ ਇਹਨਾਂ ਦੇ ਨਾਲ ਰਹੂੰਗਾ। ਤੇ ਇਸੇ ਕਰਕੇ ਸਤਿਗੁਰਾਂ ਨੇ ਫਿਰ ਉਸ ਜਗ੍ਹਾ ਦੇ ਉੱਤੇ ਨੰਦੇੜ ਦੀ ਧਰਤੀ ਦੇ ਉੱਤੇ ਜਿਹੜਾ ਸੀ ਇਸ ਪੰਥ ਨੂੰ ਵੀ ਉੱਥੇ ਗੁਰਿਆਈ ਦਾ ਮਾਣ ਦਿੱਤਾ। ਤਿਆਰ ਬਰ ਤਿਆਰ ਹੋਣਾ ਚਾਹੀਦਾ ਖਾਲਸੇ ਦੇ ਵਿੱਚ, ਇਹ ਨਹੀਂ ਕਿ ਉਹਦੀ ਵਿਚਾਰਧਾਰਾ ਵੱਖਰੀ ਹੋਵੇ, ਅਗਲਾ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਹੀ ਨਾ ਕਰੇ, ਐਸਾ ਜੀਵਨ ਨਹੀਂ ਚਾਹੀਦਾ। ਜੀਵਨ ਉਹਦਾ ਜਿਹੜਾ ਪੱਕਿਆ ਹੋਇਆ ਹੋਵੇ, ਉਹ ਜਿਹੜਾ ਹੈ ਖਾਲਸਾ ਖਵਾਉਣ ਦੇ ਹੱਕ ਵਿੱਚ ਹੈ, ਉਹ ਪੰਥ ਦਾ ਹਿੱਸਾ ਬਣਨ ਦੇ ਹੱਕ ਵਿੱਚ ਹੈ। ਉਹਨੂੰ ਆਪਣੀ ਸ਼ਖਸੀ ਰਹਿਣੀ ਤੋਂ ਕਦੀ ਮੂੜ ਨਹੀਂ ਮੋੜਨਾ ਚਾਹੀਦਾ। ਜੋ ਸਤਿਗੁਰਾਂ ਨੇ ਹੁਕਮ ਕੀਤਾ ਉਹਨੂੰ ਹੁਕਮ ਨੂੰ ਕਮਾ ਕੇ ਫਿਰ ਉਹ ਆਪਣੇ ਪੰਥਕ ਫਰਜ਼ ਸਮਝ ਕੇ ਤੇ ਜੇ ਪੰਥ ਵਾਸਤੇ ਉਹਨੂੰ ਆਪਣੀ ਜਾਨ ਵੀ ਕੁਰਬਾਨ ਕਰਨੀ ਪੈਂਦੀ ਆ ਤੇ ਉਹਦੇ ਵਾਸਤੇ ਉਹ ਪਿੱਛੇ ਨਾ ਹਟੇ, ਤਿਆਰ ਬਰ ਤਿਆਰ ਹੋ ਕੇ ਤੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਉਹ ਜਿਹੜਾ ਸਿੱਖ ਹੈ ਉਹ ਅੱਗੇ ਹੋ ਕੇ ਆਪਣੀ ਜਾਨ ਵੀ ਵਾਰ ਦੇਵੇ, ਜਿਵੇਂ ਭਾਈ ਮਨੀ ਸਿੰਘ ਜੀ ਨੇ ਪੰਥ ਵਾਸਤੇ ਕੀਤਾ। ਕਿਉਂਕਿ ਭਾਈ ਮਨੀ ਸਿੰਘ ਜੀ ਦਾ ਜਦੋਂ ਅਸੀਂ ਜੀਵਨ ਵੇਖਦੇ ਆ ਨਾ, ਹਾਂਜੀ, ਜਦੋਂ ਅਸੀਂ ਸਵਾਲ ਆ ਰਿਹਾ ਮੈਂ ਫਿਰ ਵਾਚਦਾ, ਜਦੋਂ ਅਸੀਂ ਗੁਰੂ ਸਾਹਿਬ ਜੀ ਦਾ ਜੀਵਨ ਦੇਖਦੇ ਆ ਨਾ ਤੇ ਭਾਈ ਮਨੀ ਸਿੰਘ ਜੀ ਦਾ ਵਾਹਿਗੁਰੂ ਜੀਵਨ ਦੇਖਦੇ ਆ ਤੇ ਉਹਨਾਂ ਨੇ ਪੰਥ ਵਾਸਤੇ ਹੀ ਆਪਾਂ ਕੁਰਬਾਨ ਕੀਤਾ। ਪੰਥ ਨੂੰ ਸੱਦਿਆ ਗਿਆ ਕਿ ਤੁਸੀਂ ਆਓ ਤੇ ਆਪਾਂ ਇੱਥੇ ਦੀਵਾਲੀ ਦਾ ਜਿਹੜਾ ਹੈ ਪੁਰਬ ਮਨਾਉਂਦੇ ਆ। ਦੀਵਾਲੀ ਦਾ ਪੁਰਬ ਮਨਾਉਣ ਲੱਗਿਆ ਜਦੋਂ ਉੱਥੇ ਉਸ ਜਗ੍ਹਾ ਦੇ ਉੱਤੇ ਜ਼ਕਰੀਆ ਖਾਨ ਨੇ ਫੌਜਦਾਰ ਭੇਜ ਦਿੱਤਾ ਲਖਪਤ ਰਾਏ ਨੂੰ, ਤੇ ਲਖਪਤ ਰਾਏ ਜਦੋਂ ਫੌਜ ਲੈ ਕੇ ਅੰਮ੍ਰਿਤਸਰ ਆਇਆ ਤੇ ਭਾਈ ਮਨੀ ਸਿੰਘ ਜੀ ਨੇ ਬਿਨਾਂ ਕਿਸੇ ਪ੍ਰਵਾਹ ਤੋਂ ਕਹਿ ਦਿੱਤਾ ਸਾਰੇ ਪੰਥ ਨੂੰ ਕਿ ਭਾਈ ਤੁਸੀਂ ਹੁਣ ਚਲੇ ਜਾਓ ਇੱਥੋਂ, ਤੁਸੀਂ ਇੱਥੇ ਨਾ ਰਹੋ, ਤੇ ਕਿਉਂਕਿ ਫੌਜ ਚੜ੍ਹ ਆਈ ਆ ਤੇ ਪਤਾ ਨਹੀਂ ਕਿਹੜੇ ਵੇਲੇ ਹਮਲਾ ਕਰਕੇ ਤੇ ਇੱਥੇ ਜਿਹੜਾ ਹੈ ਉਹ ਤੁਹਾਡਾ ਵੀ ਨੁਕਸਾਨ ਕਰਨ ਤੇ ਪੰਥ ਦਾ ਬੜਾ ਨੁਕਸਾਨ ਹੋਵੇਗਾ, ਤੁਸੀਂ ਚਲੇ ਜਾਓ। ਤੇ ਜਦੋਂ ਚਲੇ ਗਏ ਤੇ ਭਾਈ ਮਨੀ ਸਿੰਘ ਨੇ ਜਿਹੜਾ ਸੀ ਇਹਨਾਂ ਨਾਲ ਗੱਲ ਕੀਤੀ ਸੀ ਕਿ ਆਪ ਜੀ ਨੂੰ ਇੰਨੇ ਪੈਸੇ ਦੇਵਾਂਗੇ ਜੇ ਤੁਸੀਂ ਸਾਨੂੰ ਮਨਾਉਣ ਵਾਸਤੇ ਦੀਵਾਲੀ ਮਨਾਉਣ ਦਓਗੇ। ਤੇ ਜਦੋਂ ਉਹਨਾਂ ਮਨਾਉਣ ਨਾ ਦਿੱਤੀ ਤੇ ਫਿਰ ਉਸ ਤੋਂ ਬਾਅਦ ਉਹਨਾਂ ਪੈਸੇ ਮੰਗੇ ਤੇ ਭਾਈ ਮਨੀ ਸਿੰਘ ਜੀ ਨੇ ਕਹਿ ਦਿੱਤਾ ਸੀ ਕਾਹਦੇ ਪੈਸੇ, ਤੁਸੀਂ ਸਾਨੂੰ ਪੁਰਬ ਮਨਾਉਣ ਤੇ ਦਿੱਤਾ ਨਹੀਂ। ਹਾਲਾਂਕਿ ਇਹ ਵੀ ਕਿਹਾ ਜਾਂਦਾ ਹੈ ਕਿ ਲਾਹੌਰ ਦੇ ਸਿੱਖ ਤੇ ਅੰਮ੍ਰਿਤਸਰ ਦੇ ਜਿੰਨੇ ਸਿੱਖ ਸਨ ਸ਼ਾਹੂਕਾਰ, ਉਹ ਪੈਸੇ ਲੈ ਕੇ ਵੀ ਆਏ ਸਨ ਜ਼ਕਰੀਆ ਖਾਨ ਦੇ ਕੋਲ ਕਿ ਆਹ ਲਓ ਪੈਸੇ ਤੇ ਭਾਈ ਮਨੀ ਸਿੰਘ ਜੀ ਨੂੰ ਛੱਡ ਦਿਓ। ਪਰ ਭਾਈ ਮਨੀ ਸਿੰਘ ਜੀ ਨੇ ਗੱਲ ਕਹੀ ਸੀ ਕਿ ਨਹੀਂ, ਇਸ ਤਰ੍ਹਾਂ ਨਹੀਂ ਹੋ ਸਕਦਾ, ਇਹ ਮਕਾਰ ਹਨ, ਇਹਨਾਂ ਨੇ ਸਾਡੇ ਨਾਲ ਧੋਖਾ ਕੀਤਾ ਹੈ, ਸ਼ਹਾਦਤ ਦੇਣੀ ਪ੍ਰਵਾਨ ਹੈ, ਪਰ ਇਸ ਤਰ੍ਹਾਂ ਅਸੀਂ ਨਹੀਂ ਕਰ ਸਕਦੇ, ਤੁਸੀਂ ਪੈਸਾ ਇੱਕ ਨਹੀਂ ਦੇਣਾ, ਅਸੀਂ ਹੁਣ ਸ਼ਹਾਦਤ ਦੇਵਾਂਗੇ। ਪੰਥ ਵਾਸਤੇ ਭਾਈ ਮਨੀ ਸਿੰਘ ਜੀ ਨੇ ਸ਼ਹਾਦਤ ਜਿਹੜੀ ਉਹ ਦਿੱਤੀ, ਪੰਥ ਨੂੰ ਬਚਾਇਆ ਤੇ ਆਪ ਜਿਹੜੇ ਸ਼ਹੀਦ ਹੋ ਗਏ। ਇਸੇ ਤਰ੍ਹਾਂ ਹੋਰ ਕਈ ਤਰ੍ਹਾਂ ਦੀਆਂ ਉਦਾਹਰਨਾਂ ਸਾਨੂੰ ਆਪਣੇ ਪੰਥ ਦੇ ਵਿੱਚੋਂ ਮਿਲ ਜਾਂਦੀਆਂ, ਜਿਹਦੇ ਨਾਲ ਸਾਨੂੰ ਪਤਾ ਲੱਗਦਾ ਕਿ ਗੁਰੂ ਪੰਥ ਹੈ ਕੀ, ਗੁਰੂ ਪੰਥ ਦੀ ਕਿੰਨੀ ਜਿਹੜੀ ਵਡਿਆਈ ਹੈ। ਹਾਂਜੀ, ਇੱਥੇ ਸਵਾਲ ਆਇਆ ਹੈ ਵੀਰ ਜੀ, ਗੁਰੂ ਪੰਥ ਜੇ
ਰਿਐਲਿਟੀ ਵਿੱਚ ਵੇਖਿਆ ਜਾਵੇ ਤਾਂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਬਣਿਆ। ਜਦੋਂ ਗੁਰੂ ਸਾਹਿਬ ਨੇ ਅੰਮ੍ਰਿਤ ਛਕਾ ਕੇ ਸਿੰਘ ਸਜਾਏ, ਧੰਨ ਗੁਰੂ ਨਾਨਕ ਦੇਵ ਜੀ ਨੇ ਦੇ ਸਾਹਮਣੇ ਅੰਮ੍ਰਿਤਧਾਰੀ ਸਿੰਘ ਹੋਂਦ ਵਿੱਚ ਨਹੀਂ ਸਨ। ਸੋ ਗੁਰੂ ਨਾਨਕ ਦੇਵ ਜੀ ਤੋਂ ਗੁਰੂ ਪੰਥ ਹੋਂਦ ਵਿੱਚ ਆਇਆ, ਦੱਸਣਾ ਕਰੋ ਜੀ। ਹਾਂਜੀ, ਮੈਂ ਗੱਲ ਜਿਹੜੀ ਕੀਤੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜਾ ਅੰਮ੍ਰਿਤ ਛਕਾ ਕੇ ਸਾਡੇ ਇਹ ਪੱਕੇ ਤੌਰ ਦੇ ਉੱਤੇ ਬਣਾ ਦਿੱਤਾ ਨਾ ਇਹ ਪੰਥ, ਪਰ ਇਹਦੀ ਘਾਟ ਦੇਖੋ ਕਿੱਥੋਂ ਘੜੀ ਗਈ। ਇੱਕ ਗੁਰੂ 10 ਗੁਰੂਆਂ ਦੇ ਜੀਵਨ ਨੂੰ ਅਜੇ ਆਪਾਂ ਵਿਚਾਰਦੇ ਆ ਨਾ, ਤੇ ਮੈਨੂੰ ਲੱਗਦਾ ਕਿ ਜਿਵੇਂ ਸਤਿਗੁਰਾਂ ਨੇ ਇੱਕ ਮਿਸ਼ਨ ਲਿਆ ਹੋਵੇ, ਗੁਰੂ ਨਾਨਕ ਸਾਹਿਬ ਨੇ ਇੱਕ ਮਿਸ਼ਨ ਬਣਾਇਆ ਹੋਵੇ ਕਿ ਉਹ ਮਿਸ਼ਨ ਨੂੰ ਜਿਹੜਾ ਹੈ ਪੂਰਾ ਕਰਨਾ। ਜਿਵੇਂ ਆਪਾਂ ਚਾਹੁੰਦੇ ਆ ਨਾ ਕੋਈ ਮਿਸ਼ਨ ਆਪਾਂ ਤੈਅ ਕਰ ਲੈਂਦੇ ਆ ਤੇ ਉਹਨੂੰ ਪੂਰਾ ਕਰਨ ਦੇ ਲਈ ਸਾਨੂੰ ਸਮਾਂ ਲੱਗਦਾ ਹੈ। ਤੇ ਮੈਨੂੰ ਇੰਝ ਲੱਗਦਾ ਕਿ ਜਿਵੇਂ ਗੁਰੂ ਨਾਨਕ ਸਾਹਿਬ ਨੇ ਇੱਕ ਮਿਸ਼ਨ ਲਿਆ ਹੋਵੇ ਕਿ ਮੈਂ ਇੱਕ ਸਚਿਆਰ ਮਨੁੱਖ ਦੀ ਘਾਟ ਤੇ ਘੜਨੀ ਆ, ਇੱਕ ਖਾਲਸੇ ਦੀ ਘਾਟ ਤੇ ਘੜਨੀ ਆ। ਗੁਰੂ ਨਾਨਕ ਸਾਹਿਬ ਨੇ ਮਿਸ਼ਨ ਲਿਆ ਤੇ ਉਹਨੂੰ ਹੌਲੀ ਹੌਲੀ ਗੁਰੂ ਅੰਗਦ ਦੇਵ ਜੀ ਨੇ ਘਾਟ ਤੇ ਘੜੀ, ਗੁਰੂ ਅਮਰਦਾਸ ਜੀ ਨੇ ਘਾਟ ਤੇ ਘੜੀ, ਫਿਰ ਉਸ ਤੋਂ ਬਾਅਦ ਗੁਰੂ ਰਾਮਦਾਸ ਜੀ ਨੇ, ਗੁਰੂ ਅਰਜਨ ਦੇਵ ਜੀ ਨੇ, ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਫਿਰ ਇਸ ਪੰਥ ਨੇ ਹੀ ਕਿਰਪਾਨ ਉਠਾਈ। ਫਿਰ ਉਸ ਤੋਂ ਬਾਅਦ ਗੁਰੂ ਹਰ ਰਾਏ, ਗੁਰੂ ਹਰਕ੍ਰਿਸ਼ਨ, ਗੁਰੂ ਤੇਗ ਬਹਾਦਰ ਜੀ। ਫਿਰ ਉਸ ਤੋਂ ਬਾਅਦ ਜਦੋਂ ਸਮਾਂ ਗੁਰੂ ਗੋਬਿੰਦ ਸਿੰਘ ਜੀ ਦਾ ਆਇਆ, ਉਸ ਸਮੇਂ ਫਿਰ ਇਸ ਜਿਹੜਾ ਗੁਰੂ ਨਾਨਕ ਸਾਹਿਬ ਦਾ ਮਿਸ਼ਨ ਸੀ, ਇੱਕ ਸਚਿਆਰੇ ਮਨੁੱਖ ਦੀ ਹੋਂਦ, ਇੱਕ ਖਾਲਸੇ ਦੀ ਹੋਂਦ, ਜਿਹੜੀ ਸਤਿਆਰ ਦੀ ਗੱਲ ਗੁਰੂ ਨਾਨਕ ਸਾਹਿਬ ਨੇ ਜਪਜੀ ਸਾਹਿਬ ਚ ਕੀਤੀ ਹੈ, ਉਸ ਸਤਿਆਰੇ ਮਨੁੱਖ ਦਾ ਜਿਹੜਾ ਰੂਪ ਸੀ ਉਹ ਗੁਰੂ ਸਾਹਿਬ ਨੇ ਖਾਲਸੇ ਦੇ ਰੂਪ ਦੇ ਵਿੱਚ ਸਾਨੂੰ ਦਿੱਤਾ। ਮੈਨੂੰ ਇੰਝ ਲੱਗਦਾ ਕਿ ਗੁਰੂ ਸਾਹਿਬ ਦਾ ਇੱਕ ਮਿਸ਼ਨ ਸੀ ਗੁਰੂ ਨਾਨਕ ਸਾਹਿਬ ਦਾ, ਜਿਹਨੂੰ 10 ਗੁਰੂ ਸਾਹਿਬਾਨਾਂ ਨੇ ਵਾਰੀ-ਵਾਰੀ ਆ ਕੇ ਇਹਨੂੰ ਇੱਕ ਸਰਮੌਰ ਸੰਸਥਾ ਬਣਾ ਦਿੱਤੀ, ਜਿਹਨੂੰ ਆਪਾਂ ਕਹਿੰਦੇ ਆ ਖਾਲਸਾ ਪੰਥ। ਇਹ ਮੇਰੇ ਵਿਚਾਰ ਹਨ ਕਿ ਗੁਰੂ ਸਾਹਿਬ ਨੇ, ਗੁਰੂ ਨਾਨਕ ਸਾਹਿਬ ਨੇ ਸੰਗਤ ਦੀ ਪ੍ਰਬੰਧ ਕੀਤਾ ਸੰਗਤ ਦਾ। ਫਿਰ ਉਹ ਸੰਗਤ ਹੌਲੀ ਹੌਲੀ ਗੁਰੂ ਸਾਹਿਬਾਨਾਂ ਨੇ ਬਾਣੀ ਦੇ ਨਾਲ ਘਾਟ ਤੇ ਘੜ ਕੇ ਉਸ ਮਨੁੱਖ ਦੀ, ਜਿਹਨੂੰ ਗੁਰੂ ਸਾਹਿਬ ਨੇ ਖਾਲਸਾ ਆਖਿਆ, ਜਿਸ ਨੂੰ ਗੁਰੂ ਸਾਹਿਬ ਨੇ ਪੰਥ ਆਖਿਆ, ਉਸ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਫਿਰ ਪੂਰਾ ਕੀਤਾ, ਉਸ ਮਿਸ਼ਨ ਨੂੰ ਜਿਹੜਾ ਗੁਰੂ ਨਾਨਕ ਸਾਹਿਬ ਜੀ ਨੇ ਸ਼ੁਰੂ ਕੀਤਾ ਸੀ। ਇਹ ਆਪਾਂ ਭਾਵੇਂ ਕਿ ਗੁਰੂ ਸਾਹਿਬ ਨੇ ਅੰਮ੍ਰਿਤ ਛਕਾ ਕੇ ਉਸ ਮਨੁੱਖ ਨੂੰ, ਉਸੇ ਨੂੰ ਤੇ ਖਾਲਸਾ ਬਣਾਇਆ ਨਾ, ਜਿਹੜਾ ਮਨੁੱਖ ਸਚਿਆਰਾ ਸੀ, ਉਸੇ ਮਨੁੱਖ ਦੀ ਘਾਟ ਤੇ ਘੜੀ ਨਾ। ਗੁਰੂ ਸਾਹਿਬਾਨ ਤੋਂ ਪਹਿਲਾਂ ਵੀ ਸਿੱਖ ਸਨ, ਉਹਨਾਂ ਸਿੱਖਾਂ ਦੇ ਅੰਦਰ ਉਹ ਬਾਣੀ ਬਾਣਾ ਪਰਪੱਖ ਕੀਤਾ। ਫਿਰ ਪਰਪੱਖ ਕਰਕੇ ਸਤਿਗੁਰਾਂ ਨੇ ਜਿਹੜਾ ਸੀ ਇਹ ਘਾਟ ਤੇ ਘੜੀ। ਜਦੋਂ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਹੁੰਦੀ ਹੈ ਨਾ ਦਿੱਲੀ, ਤੇ ਉਸ ਸਮੇਂ ਗੁਰੂ ਸਾਹਿਬ ਪੁੱਛਦੇ ਆ ਭਾਈ ਜਾਤਾ ਜੀ ਨੂੰ ਕਿ ਭਾਈ ਸਾਹਿਬ ਉੱਥੇ ਸਿੱਖ ਨਹੀਂ ਸਨ? ਤੇ ਭਾਈ ਸਾਹਿਬ ਕਹਿੰਦੇ ਜੀ ਸਿੱਖ ਤੇ ਹੋਣਗੇ ਪਰ ਪਛਾਣੇ ਨਹੀਂ ਸੀ ਜਾਂਦੇ। ਸਤਿਗੁਰੂ ਨੇ ਫਿਰ ਉਸ ਸਮੇਂ ਹੁਕਮ ਦਿੱਤਾ ਕਿ ਜਿਹੜਾ ਹੈ ਸਿੱਖ ਉਹ ਆਪਣੇ ਕੇਸ ਕਤਲ ਨਹੀਂ ਕਰਵਾਵੇਗਾ। ਤੇ ਉਸ ਸਮੇਂ ਫਿਰ ਸਤਿਗੁਰਾਂ ਨੇ ਕਿਰਪਾਨ ਧਾਰਨ ਕਰਨ ਦੀ ਮਰਿਆਦਾ ਪਹਿਲਾਂ ਹੀ ਬੰਨ੍ਹਤੀ ਸੀ ਕਿ ਸਿੱਖ ਜਿਹੜਾ ਕਿਰਪਾਨ ਧਾਰਨ ਕਰਕੇ ਰੱਖੇਗਾ। ਤੇ ਫਿਰ ਜਦੋਂ ਅਖੀਰ ਦੇ ਉੱਤੇ ਜਦੋਂ 1699 ਦੀ ਵਿਸਾਖੀ ਆਈ, ਉਸ ਸਮੇਂ ਫਿਰ ਸਤਿਗੁਰਾਂ ਨੇ ਅੰਮ੍ਰਿਤ ਦੀ ਦਾਤ ਦੇ ਕੇ ਇਸ ਪੰਥ ਦੀ ਸਥਾਪਨਾ ਕੀਤੀ। ਤੇ ਫਿਰ ਇਸ ਪੰਥ ਨੂੰ ਨੰਦੇੜ ਵਿਖੇ ਜਾ ਕੇ ਜਿਹੜਾ ਹੈ ਉੱਥੇ ਗੁਰਤਾ ਪ੍ਰਦਾਨ ਕੀਤੀ। ਸੋ ਇਸ ਤਰ੍ਹਾਂ ਜਿਹੜਾ ਇਹ ਪੰਥ ਦੀ ਘਾਟ ਤੇ ਘੜੀ ਗਈ ਹੈ ਜੀ। ਇਹਦੇ ਵਿੱਚ ਸਾਰੇ ਗੁਰੂ ਸਾਹਿਬਾਨਾਂ ਦਾ ਸਮੁੱਚਾ ਯੋਗਦਾਨ ਹੈ, ਜਿੱਥੋਂ ਤੱਕ ਮੇਰੀ ਸੋਚ ਹੈ। ਸੋ ਹੋਰ ਕਿਸੇ ਦਾ ਕੋਈ ਸਵਾਲ ਹੋਵੇ, ਮੈਂ ਆਪ ਜੀ ਦੇ ਮਾਈਕ ਔਨ ਕਰ ਦੇਵਾਂ ਤੇ ਆਪ ਜੀ ਪੁੱਛ ਸਕਦੇ ਹੋ। ਹਾਂਜੀ, ਆਪਣਾ ਮਾਈਕ ਔਨ ਕਰਕੇ ਆਪ ਜੀ ਸਵਾਲ ਜਿਹੜਾ ਹੈ ਉਹ ਪੁੱਛ ਸਕਦੇ ਹੋ। ਗੁਰੂ ਪੰਥ ਨਾਲ ਰਿਲੇਟਡ। ਇੱਕ ਹੋਰ ਗੱਲ ਮੈਂ ਇੱਥੇ ਆਪ ਜੀ ਨੂੰ ਦੱਸ ਜਾਵਾਂ, ਸ਼ਬਦ ਦੋ ਆ, ਇਹ ਸ਼ਬਦ ਬਦਲਦੇ ਨਹੀਂ ਆ। ਜਿਵੇਂ ਸ਼ਬਦ ਮੀਰੀ ਤੇ ਪੀਰੀ ਹੈ ਹਨਾ, ਇਹ ਵੀ ਸ਼ਬਦ ਗੁਰੂ ਗ੍ਰੰਥ ਤੇ ਪੰਥ ਨਾਲ ਬੜਾ ਮੇਲ ਖਾਂਦੇ ਆ। ਮੀਰੀ ਕੀ ਹੈ? ਉਹ ਪੰਥ ਹੈ। ਤੇ ਪੀਰੀ ਕੀ ਹੈ? ਗੁਰੂ ਗ੍ਰੰਥ ਹੈ। ਅਸੀਂ ਗੁਰੂ ਗ੍ਰੰਥ ਸਾਹਿਬ ਦੇ ਅਧੀਨ ਚੱਲਣਾ, ਉਹਨੂੰ ਕਿਹਾ ਜਾਂਦਾ ਪੀਰੀ, ਜਿੱਥੋਂ ਅਸੀਂ ਸ਼ਬਦ ਗ੍ਰਹਿਣ ਕਰਨਾ। ਤੇ ਮੀਰੀ ਕੀ ਹੈ? ਗੁਰੂ ਪੰਥ, ਜਿਹਦੇ ਨਾਲ ਰਲ ਕੇ ਅਸੀਂ ਸ਼ਸਤਰ ਵਿਦਿਆ ਸਿੱਖਣੀ ਆ, ਤਿਆਰ ਬਰ ਤਿਆਰ ਰਹਿਣਾ, ਉਹਨੂੰ ਗੁਰੂ ਪੰਥ ਕਿਹਾ ਜਾਂਦਾ ਹੈ। ਸੋ ਆਪ ਜੀ ਦਾ ਜੇ ਕੋਈ ਸਵਾਲ ਹੋਵੇ ਤੇ ਕਿਰਪਾ ਕਰਕੇ।
वाहिगुरू। ठीक है संगत जी, जे नहीं सवाल है तो कोई नहीं, आप जी ने सवाल जिहड़ा है मैनू भेज देना WhatsApp ते, जे कोई सवाल होवे ते फिर आपां नूं विचार के उस सवाल नूं ही अगे जाया करांगे। सो इन्नियां क बेनतियां प्रवान करनियां। वाहिगुरू जी का खालसा, वाहिगुरू जी वाहिगुरू जी की फतेह। फतेह।